ਸੇਮ ਦੇ ਵਾਹਿਗੁਰੂ ਪਾਰੇ ਉਤਾਰਨ ਹਾਰ। ਪਾਰੇ ਉਤਾਰਨ ਹਾਰ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਤਿਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰਿਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਗੀਜੈ। ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨੇ ਖਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ, ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ, ਇਕ ਓੰਕਾਰ ਸਤਿਗੁਰ ਪ੍ਰਸਾਦਿ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖਸ਼ ਮਾਰ ਪਚਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਪਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸ਼ਰਨਾਈ ਰਹਾ, ਭਗਤਾਂ ਨੂੰ ਜਮ ਜੋਹਿ ਨ ਸਾਕੈ। ਕਾਲ ਨ ਨੇੜੇ ਜਾਈ, ਕੇਵਲ RAM ਨਾਮ ਮਨ ਵਸਿਆ। ਨਾਮੇ ਹੀ ਮੁਕਤ ਪਾਈ, ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ। ਗੁਰ ਕੈ ਸਹਿਜ ਸੁਪਾਈ, ਮਨ ਮੁਖਾਂ ਨੂੰ ਪ੍ਰਤੀਤ ਨ ਆਵਈ। ਅੰਤਰ ਲੋਭ ਸੁਆਓ, ਗੁਰਮੁਖ ਹਿਰਦੈ ਸ਼ਬਦ ਨ ਭੇਦਿਓ। ਹਰ ਨਾਮ ਨ ਲਾਗਾ ਪਾਓ, ਕੂੜ ਕਪਟ ਪਾਜ ਲਹਿ ਜਾਸੀ। ਮਨ ਮੁਖ ਫੀਕਾ ਅਲਾਓ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਭਗਤੀ ਹੂ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ। ਤੂੰ ਏਕੋ ਪੁਰਖ ਵਿਧਾਤਾ, ਹੋ ਮੈਂ ਮਾਰ ਮਨਸਾ ਮਨ ਹੈ ਸਮਾਣੀ। ਗੁਰ ਕੇ ਸ਼ਬਦ ਪਛਾਤਾ, ਅਚਿੰਤ ਕੰਮ ਕਰੇ ਪ੍ਰਭ ਤਿਨ ਕੇ। ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ। ਸਭ ਕਾਜ ਸਵਾਰਨ ਹਾਰਾ, ਉਹਨਾਂ ਕੀ ਰੀਸ ਕਰੇ ਸੋ ਵਿਗੁਚੈ। ਜਿਨ ਹਰ ਪ੍ਰਭ ਹੈ ਰਖਵਾਰਾ, ਬਿਨ ਸਤਿਗੁਰ ਸੇਵੈ ਕਿਨੇ ਨਾ ਪਾਇਆ। ਮਨ ਮੁਖ ਭੌਂਕ ਮੋਏ ਬਿਲ ਲਾਈ, ਆਵੇ ਜਾਵੇ ਠੌਰ ਨ ਪਾਵੈ ਹੈ। ਦੁਖ ਮਹਿ ਦੁਖ ਸਮਾਈ, ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ। ਸਹਜੇ ਸਾਚ ਸਮਾਈ, ਬਿਨ ਸਤਿਗੁਰ ਸੇਵੈ ਜਨਮ ਨ ਛੋਡੈ। ਜੇ ਅਨੇਕ ਕਰਮ ਕਰੇ ਅਦਕਾਈ, ਵੇਦ ਪੜ੍ਹੇ ਤੈ ਵਾਦ ਵਖਾਣਹਿ। ਬਿਨ ਹਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ। ਭਜ ਛੂਟੈ ਗੁਰ ਸਰਨਾਈ,
ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਪ੍ਰਤੱਖ ਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਗਿਆਨ ਦੇ ਸਾਗਰ, ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ, ਜੁਗੋ ਜੁਗ ਅਟਲ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਬੜੇ ਵੱਡੇ ਭਾਗ ਹਨ। ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤਖਤਾਂ ਤੇ ਬਿਰਾਜਮਾਨ ਹੋਏ। ਦੀਵਾਨ ਸੱਜੇ, ਨਿਤਨੇਮ ਦੀਆਂ ਬਾਣੀਆਂ ਦਾ ਜਾਪ, ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ, ਚੌਪਈ ਸਾਹਿਬ ਜੀ ਦਾ ਜਾਪ ਸੰਗਤ ਰੂਪ ਦੇ ਵਿੱਚ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਉਦਮ ਬਖਸ਼ਿਆ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ ਸਤ ਸੰਗਤ ਜੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੱਸਦੇ ਹਨ, ਲਿਖਿਆ ਹੈ ਕਿ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ, ਕਰ ਵਿਸ਼ਰਾਮ ਨਾ ਬਹਿੰਦੇ। ਜਿਨ੍ਹਾਂ ਦੇ ਹਿਰਦੇ 'ਚ ਖਿੱਚ ਹੈ, ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਹੈ, ਉਹਨਾਂ ਦੇ ਨੈਣੀ ਨੀਂਦਰ ਨਹੀਂ ਪੈਂਦੀ। ਉਹ ਉਦਮ ਕਰਦੇ ਹਨ, ਉਦਮ ਕਰਕੇ ਗੁਰੂ ਘਰ ਆਉਂਦੇ ਹਨ। ਗੁਰੂ ਘਰ ਆ ਕੇ ਹਾਜ਼ਰੀਆਂ ਭਰਦੇ ਹਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ। ਸਤ ਸੰਗਤ ਜੀ, ਅੱਜ 12 ਪੋਹ ਦਾ ਦਿਨ ਹੈ। 12 ਪੋਹ ਦਾ ਦਿਨ, ਅੱਜ ਦੇ ਦਿਨ ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਸਾਹਿਬ ਜੀ, ਫਤਿਹ ਸਿੰਘ ਸਾਹਿਬ ਜੀ, ਅੱਜ ਦੂਸਰੇ ਦਿਨ ਦੀ ਪੇਸ਼ੀ ਹੈ। ਸੂਬੇ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਅੱਜ ਦੂਸਰੇ ਦਿਨ ਦੀ ਪੇਸ਼ੀ ਹੈ। ਸਤ ਸੰਗਤ ਜੀ, ਅੱਜ ਦੂਸਰੀ ਰਾਤ ਹੈ। ਉਹ ਠੰਡੇ ਬੁਰਜ ਦੀ, ਉਹ ਠੰਡੀਆਂ ਠੰਡੀਆਂ ਹਵਾਵਾਂ, ਉਹ ਠਰਦਾ ਹੋਇਆ ਸਾਹਿਬਜ਼ਾਦਿਆਂ ਦਾ ਠੰਡ ਦੇ ਵਿੱਚ ਤਨ, ਉੱਪਰ ਲੈਣ ਨੂੰ ਕੋਈ ਗਰਮ ਕੱਪੜਾ ਨਹੀਂ। ਸਤ ਸੰਗਤ ਜੀ, ਕਿਹੋ ਜਿਹਾ ਮਾਹੌਲ ਹੋਵੇਗਾ, ਕਿਹੋ ਜਿਹਾ ਵਾਤਾਵਰਨ ਹੋਵੇਗਾ, ਇਹ ਸਾਨੂੰ ਇਹ ਰੁੱਤ ਖੁਦ ਦੱਸਦੀ ਹੈ। ਇਹ ਜੋ ਸਮਾਂ ਹੈ, ਇਹ ਜੋ ਠੰਡ ਹੈ, ਇਹ ਜੋ ਧੁੰਦ ਹੈ, ਇਹ ਜੋ ਠੰਡੀਆਂ ਹਵਾਵਾਂ ਹਨ, ਇਹ ਆਪ ਦੱਸਦੀਆਂ ਨੇ ਕਿ ਭਲਿਓ ਇਹੋ ਜਿਹਾ ਉਦੋਂ ਮੌਸਮ ਸੀ। ਇਦੋਂ ਘੱਟ ਨਹੀਂ ਸੀ, ਇਦੋਂ ਜ਼ਿਆਦਾ ਹੀ ਠੰਡਾ ਸੀ। ਇਦੋਂ ਘੱਟ ਨਹੀਂ ਸੀ। ਆਪਾਂ ਬੈਠੇ ਹਾਂ ਜ਼ਮੀਨ ਦੇ ਉੱਤੇ,
ਸਤ ਸੰਗਤ ਜੀ ਸਾਡੇ ਕੋਲ ਹਨ ਗਰਮ ਕੱਪੜੇ, ਸਾਡੇ ਕੋਲ ਹਨ ਸੋਹਣੀਆਂ ਸੋਹਣੀਆਂ ਇਮਾਰਤਾਂ, ਅਸੀਂ ਪ੍ਰਬੰਧ ਕੀਤਾ ਕਿਤੇ ਹਵਾ ਨਾ ਆ ਜਾਵੇ, ਅਸੀਂ ਪ੍ਰਬੰਧ ਕੀਤਾ ਕਿਤੇ ਠੰਡ ਨਾ ਲੱਗ ਜਾਵੇ। ਪਰ ਗੁਰਮੁਖੋ 140 ਫੁੱਟ ਉੱਚਾ ਉਹ ਠੰਡਾ ਬੁਰਜ, ਜਿਹਦੇ ਵਿੱਚ ਚਾਰੇ ਪਾਸਿਓਂ ਹਵਾ ਆ ਰਹੀ ਹੈ, ਚਾਰੇ ਪਾਸਿਓਂ। ਤੇ ਉਸ ਠੰਡ ਦੇ ਵਿੱਚ ਇਹ ਨਹੀਂ ਕਿ ਉੱਪਰ ਕੋਈ ਕੰਬਲ ਲੈ ਲਿਆ, ਇਹ ਨਹੀਂ ਕਿ ਉੱਪਰ ਕੋਈ ਰਜਾਈ ਲੈ ਲਈ। ਇਸ ਜ਼ਾਲਮ ਪਾਪੀ ਨੇ ਕਿਹਾ ਸੀ ਕਿ ਭਾਈ ਇਹਨਾਂ ਨੂੰ ਬੁਰਕੀ ਤੱਕ ਰੋਟੀ ਨਹੀਂ ਦੇਣੀ, ਮੇਰੇ ਤਸ਼ੱਦਦ ਨੂੰ ਸਹਿਣਗੇ ਤੇ ਤਸ਼ੱਦਦ ਨੂੰ ਸਹਿੰਦੇ ਸਹਿੰਦੇ ਧਰਮ ਨੂੰ ਛੱਡ ਦੇਣਗੇ, ਈਣ ਨੂੰ ਕਬੂਲ ਕਰ ਲੈਣਗੇ, ਸਿੱਖੀ ਨੂੰ ਛੱਡ ਦੇਣਗੇ ਤੇ ਕਲਮਾ ਪੜ ਲੈਣਗੇ। ਇਹਨੇ ਤਸ਼ੱਦਦ ਇੰਨਾ ਜ਼ਿਆਦਾ ਕੀਤਾ ਹੈ। ਕੱਲ ਪਹਿਲੀ ਪੇਸ਼ੀ ਸਤ ਸੰਗਤ ਜੀ ਆਪਾਂ ਵਿਚਾਰ ਕੀਤੀ ਸੀ ਲਗਾਤਾਰ, ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਿਆਰੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਆਰੰਭ ਕੀਤਾ ਸੀ। ਟੂਕ ਮਾਤਰ ਝਾਤ ਮਾਰ ਲਈਏ ਕਿ ਕੁੰਬੇ ਮਾਸ਼ਕੀ ਦੀ ਝੁੱਗੀ, ਗੰਗੂ ਦਾ ਘਰ, ਮਰਿੰਡੇ ਦੀ ਜੇਲ੍ਹ। ਤੇ ਸਤ ਸੰਗਤ ਜੀ ਗੰਗੂ ਦੇ ਘਰ ਤੋਂ ਮਰਿੰਡੇ ਤੱਕ ਆਉਣਾ ਪਾਪੀਆਂ ਨੇ ਤਸ਼ੱਦਦ ਦੇ ਕਰਕੇ ਲਿਆਂਦਾ ਹੈ। ਇਤਿਹਾਸਕਾਰ ਦੱਸਦੇ ਹਨ ਕਿ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ੍ਹ ਕੇ ਘੋੜਿਆਂ ਦੇ ਦੋਹੀਂ ਪਾਸੀਂ ਲਮਕਾ ਕਰਕੇ ਮਾਤਾ ਗੁਜਰ ਕੌਰ ਜੀ ਦੇ ਮੂੰਹ ਤੇ ਨਿਕਾਬ ਪਾਇਆ, ਉਹਨੂੰ ਵੀ ਮਿਰਚਾਂ ਦੀ ਪੁੱਠ ਲਾ ਕੇ ਪਾਇਆ। ਇੱਥੋਂ ਸਰਹੰਦ ਤੱਕ ਜਦੋਂ ਆਏ, ਇੱਥੇ ਫਿਰ ਆਉਂਦਿਆਂ ਹੀ ਉਸ ਵਜ਼ੀਰ ਖਾਨ ਨੇ ਪਾਪੀ ਨੇ ਸਜ਼ਾ ਦਿੱਤੀ ਕਿ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਵੇ। ਪਹਿਲੀ ਰਾਤ ਧੰਨ ਮਾਤਾ ਗੁਜਰ ਕੌਰ ਜੀ ਦੀ ਜੋ ਕੱਲ ਦੀ ਬਤੀਤ ਹੋਈ, ਅੱਜ ਦੀ ਵੀ ਠੰਡੇ ਬੁਰਜ ਦੀ ਰਾਤ ਹੈ ਜਿਹੜੀ ਆ ਆਉਣੀ ਹੈ। ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਸੀ ਉਹ ਵੀ ਠੰਡੇ ਬੁਰਜ ਦੀ ਸੀ। ਸਤ ਸੰਗਤ ਜੀ ਉਹਨੇ ਹੁਕਮ ਕੀਤਾ ਕਿ ਕਿਸੇ ਨੇ ਪਾਣੀ ਦੀ ਘੁੱਟ ਤੱਕ ਨਹੀਂ ਦੇਣੀ। ਪ੍ਰਸ਼ਾਦਾ ਤਾਂ ਕੀ ਹੋਇਆ, ਤੇ ਜੇ ਕਿਸੇ ਨੇ ਇਹਨਾਂ ਨੂੰ ਕੁਝ ਛਕਾਇਆ, ਜੇ ਕਿਸੇ ਨੇ ਇਹਨਾਂ ਦਾ ਭਾਈ ਸੰਗ ਕੀਤਾ ਤੇ ਹਕੂਮਤ ਉਹਦੇ ਉੱਤੇ ਵੀ ਤਸ਼ੱਦਦ ਕਰੇਗੀ। ਪਹਿਲੀ ਪੇਛੀ ਹੋਈ, ਝੁਕਾਉਣ ਦਾ ਯਤਨ ਕੀਤਾ ਗਿਆ। 3 ਤਰੀਕੇ ਵਰਤੇ ਗਏ। 3 ਪਹਿਲਾ ਤਰੀਕਾ ਹੈ ਲਾਲਚ ਦਾ, ਦੂਸਰਾ ਤਰੀਕਾ ਹੈ ਧੋਖੇ ਦਾ, ਤੇ ਤੀਸਰਾ ਤਰੀਕਾ ਹੈ ਤਸ਼ੱਦਦ ਦਾ। ਸਤ ਸੰਗਤ ਜੀ ਪਹਿਲਾ ਤਰੀਕਾ ਪਹਿਲੀ ਪੇਛੀ ਤੇ ਵਰਤਿਆ ਗਿਆ। ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਬੁਲਾਇਆ ਕਚਹਿਰੀ ਦੇ ਅੰਦਰ, ਤੇ ਮਾਂ ਨੇ ਤਿਆਰ ਕੀਤਾ ਆਪਣੇ ਹੱਥਾਂ ਦੇ ਨਾਲ ਸੋਹਣੇ ਸੋਹਣੇ ਕੇਸ ਵਾਏ ਹੋਣਗੇ, ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਹੋਣਗੀਆਂ, ਤੇ ਸਾਰੀ ਰਾਤ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਹੋਵੇਗਾ। ਕਾਹਦੇ ਲਈ? ਕਿ ਸਵੇਰੇ ਪੇਪਰ ਹੈ ਤੇ ਪੂਰੇ ਨੰਬਰ ਲੈ ਕੇ ਪਾਸ ਹੋਣ। ਕਿਹੜੀ ਪੜ੍ਹਾਈ ਕਰਾਈ ਹੈ? ਸੰਧਿਆ ਦੇ ਵੇਲੇ ਬਾਣੀ, ਸਾਰੀ ਰਾਤ ਵਾਹਿਗੁਰੂ ਦਾ ਸਿਮਰਨ, ਬਾਣੀ ਤੇ ਵੱਡਿਆਂ ਵਡੇਰਿਆਂ ਦਾ ਇਤਿਹਾਸ। ਪੋਤਿਓ ਵੇਖਿਓ ਕਿਤੇ ਡੋਲਿਓ ਨਾ, ਆ ਕਹਿਰ ਦੀ ਠੰਡ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਤੁਹਾਨੂੰ ਅੱਜ ਮੈਂ ਨਿੱਘ ਦੇਣਾ। ਨਿੱਘ ਮਾਂ ਕਿਹਦਾ ਨਿੱਘ ਦਵੇਂਗੀ? ਨਾ ਕੋਈ ਗਰਮ ਕੱਪੜਾ, ਨਾ ਕੋਈ ਛਕਣ ਨੂੰ ਗਰਮ ਪਦਾਰਥ, ਤੇ ਨਾ ਕਿਤੇ ਕੋਈ ਅੰਗੀਠੀ ਬਲ ਰਹੀ ਹੈ ਜਿਹਦਾ ਸੇਕ ਲੈ ਲਈਏ। ਕਿਹਦਾ ਨਿੱਘ ਦਵੇਂਗੀ ਮਾਂ? ਤੇ ਧੰਨ ਮਾਤਾ ਗੁਜਰ ਕੌਰ ਜੀ ਨੇ ਕਿਹਾ, ਅੱਜ ਮੈਂ ਤੁਹਾਨੂੰ ਨਿੱਘ ਦਵਾਂਗੀ ਤੁਹਾਡੇ ਦਾਦੇ ਦੇ ਦਾਦੇ ਦਾ, ਜਿਹਨੂੰ ਜੇਠ ਹਾੜ ਦੀਆਂ ਗਰਮੀਆਂ ਦੇ ਵਿੱਚ ਦੇਗ 'ਚ ਉਬਾਲਿਆ ਗਿਆ, ਜਿਹਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਜਿਹਦੇ ਸੀਸ ਦੇ ਵਿੱਚ ਰੇਤ ਪਾਈ ਗਈ ਤੱਤੀ ਕਰਕੇ। ਸਤ ਸੰਗਤ ਜੀ ਇਹ ਨਿੱਘ ਸੀ ਜਿਹੜਾ ਮਾਤਾ ਗੁਜਰ ਕੌਰ ਜੀ ਨੇ ਆਪਣੇ ਪੋਤਰਿਆਂ ਨੂੰ ਦਿੱਤਾ ਹੈ।
ਇਸੇ ਹੀ ਨਿੱਘ ਦੇ ਸਦਕਾ ਡੋਲੇ ਨਹੀਂ। ਇਹ ਨਿੱਘ ਸਾਡੇ ਕੋਲ ਵੀ ਜੇ ਆਪਾਂ ਵੀ ਇਤਿਹਾਸ ਨੂੰ ਤਾਜ਼ਾ ਕਰੀਏ, ਆਪਾਂ ਵੀ ਮਹਿਸੂਸ ਕਰੀਏ ਤੇ ਆਪਾਂ ਵੀ ਡੋਲਣੋਂ ਬਚ ਜਾਈਏ। ਅਸੀਂ ਵੀ ਥਾਂ ਥਾਂ ਤੇ ਡੋਲ ਰਹੇ ਹਾਂ, ਅਸੀਂ ਵੀ ਡੋਲ ਰਹੇ ਹਾਂ ਗੁਰਮੁਖੋ। ਧਿਆਨ ਕਰੀਏ ਉਹਨਾਂ ਛੋਟੇ ਛੋਟੇ ਲਾਲਾਂ ਦਾ, ਜੇ ਉਹ ਨਹੀਂ ਡੋਲੇ ਤੇ ਅਸੀਂ ਕਿਉਂ ਡੋਲਦੇ ਹਾਂ ਗੁਰਮੁਖੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਪੁੱਤਰ ਬਣਾਇਆ। ਪੁੱਤਰ ਤੇ ਪੁੱਤਰ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਕਿਸ ਤਰ੍ਹਾਂ ਪੁੱਤਰ ਬਣਾਇਆ? ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਿੰਦੀ ਸਪੁੱਤਰ ਹਨ। ਬਿੰਦੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਖੰਡੇ ਬਾਟੇ ਦੀ ਪੌਲ ਹੋਈ ਤਿਆਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਛਕ ਲਵੇਗਾ ਉਹ ਮੇਰਾ ਨਾਦੀ ਪੁੱਤਰ ਬਣ ਜਾਵੇਗਾ। ਨਾਦੀ ਸਤ ਸੰਗਤ ਜੀ ਸਾਨੂੰ ਆਪਣੇ ਪੁੱਤਰ ਬਣਾਇਆ। ਤਾਂ ਹੀ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਜਫਰਨਾਮੇ ਦੇ ਅੰਦਰ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਤੈਨੂੰ ਭੁਲੇਖਾ ਹੈ ਕਿ ਤੂੰ ਜਿੱਤ ਗਿਆ ਹੈ, ਤੂੰ ਮੇਰੇ ਪੁੱਤਰ ਸ਼ਹੀਦ ਕਰ ਦਿੱਤੇ ਨੇ, ਤੂੰ ਮੇਰੇ ਪੁੱਤਰਾਂ ਨੂੰ ਕੋਹ ਕੇ ਮਾਰ ਦਿੱਤਾ, ਤੈਨੂੰ ਭੁਲੇਖਾ ਹੀ ਮੇਰਾ ਤੇ ਪੁੱਤਰ ਅਜੇ ਜਿਉਂਦਾ ਹੈ। ਉਹ ਕਿਹੜਾ ਪੁੱਤਰ ਹੈ? ਉਹ ਹੈ ਕੁੰਡਲੀਆ ਨਾਗ ਖਾਲਸਾ। ਇਹ ਸਤਿਗੁਰਾਂ ਜੀ ਨੇ ਆਪ ਸਵਕਾਰਿਆ ਇਹ ਬਚਨ, ਇਹ ਬਚਨ ਸਤਿਗੁਰਾਂ ਜੀ ਨੇ ਆਪ ਸਵਕਾਰਿਆ। ਤਾਂ ਹੀ ਤਾਂ ਭਾਈ ਆਪਾਂ ਆਪਣੇ ਪੁੱਤਰਾਂ ਨੂੰ ਭੁਜੰਗ ਕਹਿੰਦੇ ਹਾਂ। ਭੁਜੰਗੀ, ਭੁਜੰਗੀ ਦਾ ਭਾਵ ਹੁੰਦਾ ਹੈ ਨਾਗ, ਸੱਪ। ਉਹ ਨਾਗ ਗੁਰਮੁਖੋ ਜਿਹਦੀ ਪਿੱਠ ਦੇ ਪਿੱਛੇ ਵਾਰ ਕਰੋਗੇ ਤੇ ਭਲਾ ਨਹੀਂ ਕਰੇਗਾ। ਉਹ ਨਾਗ ਜਿਹਦੇ ਸਾਹਮਣੇ ਜ਼ੁਲਮ ਕਰੋਗੇ ਤੇ ਉਹ ਭਾਈ ਤੁਹਾਨੂੰ ਸਜ਼ਾ ਜ਼ਰੂਰ ਦੇਵੇਗਾ। ਇਹ ਉਹ ਖਾਲਸਾ ਹੈ ਕਲਗੀਧਰ ਪਾਤਸ਼ਾਹ ਜੀ ਦਾ। ਔਰੰਗਜ਼ੇਬ ਤੂੰ ਤੇ ਸੋਚਿਆ ਸੀ ਮੈਂ ਖਤਮ ਕਰ ਦਿੱਤਾ ਹੈ, ਪਰ ਇਹ ਤੇ ਅਜੇ ਵੀ ਹੱਸਦਾ ਵਸਦਾ ਏ ਤੇ ਸਦਾ ਹੀ ਹੱਸਦਾ ਵਸਦਾ ਰਹੇਗਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਇਸ਼ਾਰਾ ਸਤਿਗੁਰਾਂ ਜੀ ਦਾ ਸਾਡੇ ਵੱਲ ਸੀ। ਇਹ ਇਸ਼ਾਰਾ ਕਲਗੀਧਰ ਪਾਤਸ਼ਾਹ ਜੀ ਦਾ ਸਾਡੇ ਵੱਲ ਸੀ। ਤੇ ਸਤ ਸੰਗਤ ਜੀ ਜਰਾ ਧਿਆਨ ਦਿਓ, ਜਿਹਦੇ ਭਰਾ 2 ਰਾਤਾਂ ਹੋ ਗਈਆਂ ਠੰਡ ਦੇ ਵਿੱਚ ਬੈਠੇ ਹੋਣ, ਉਹ ਆਪ ਰਜਾਈ ਲੈ ਕੇ ਸੁੱਤਾ ਹੋਵੇ, ਕਿੱਥੇ ਗਿਆ ਪ੍ਰੇਮ ਸਾਡਾ? ਕਿੱਥੇ ਗਈ ਸਾਡੀ ਸ਼ਰਧਾ? ਕਿੱਥੇ ਗਈ ਸਾਡੀ ਭਾਵਨਾ? ਉਦਮ ਕਰਿਆ ਕਰੋ ਭਾਈ। ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਗੁਰੂ ਘਰ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ। ਗੁਰੂ ਘਰ ਆ ਕਰਕੇ ਇਤਿਹਾਸ ਦੇ ਨਾਲ ਜੁੜਿਆ ਕਰੋ, ਬਾਣੀ ਦੇ ਨਾਲ ਜੁੜਿਆ ਕਰੋ। ਸਾਨੂੰ ਪਤਾ ਲੱਗ ਸਕੇ ਆ ਸਰਦਾਰੀਆਂ, ਆ ਮਹਿਲ ਮਾੜੀਆਂ, ਆ ਜਾਇਦਾਦਾਂ, ਇਹਦੇ ਪਿੱਛੇ ਕਿਹਦਾ ਹੱਥ ਹੈ, ਕਿੰਨੇ ਦਿੱਤੀਆਂ ਤੇ ਕਿੱਦਾਂ ਮਿਲੀਆਂ। ਗੁਰਮੁਖੋ ਸ਼ੁਕਰਾਨਾ ਕਰਿਆ ਕਰੀਏ। ਪਹਿਲੀ ਰਾਤ ਧੰਨ ਮਾਤਾ ਗੁਜਰ ਕੌਰ ਜੀ ਨੇ ਨਿੱਘ ਦਿੱਤਾ ਹੈ। ਵੱਡੇ ਵਡੇਰਿਆਂ ਦਾ ਇਤਿਹਾਸ ਸੁਣਾ ਕੇ ਦਿਨ ਚੜਿਆ ਹੈ ਤੇ ਸੂਬੇ ਦੀ ਕਚਹਿਰੀ ਦੇ ਵਿੱਚ ਲਾਲ ਆਏ। ਸਤ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਛੋਟੇ ਛੋਟੇ ਲਾਲਾਂ ਨੇ ਆ ਕੇ ਗੱਜ ਕੇ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਿਆਨ ਦਿਓ ਸੰਗਤ ਜੀ, ਉੱਥੇ ਬਰਛਿਆਂ ਵਾਲੇ ਖਲੋਤੇ ਹੋਏ ਸਨ, ਉੱਥੇ ਨੰਗੀਆਂ ਤਲਵਾਰਾਂ ਵਾਲੇ ਖਲੋਤੇ ਹੋਏ ਸਨ, ਉੱਥੇ ਕਚਹਿਰੀ ਦੇ ਵਿੱਚ ਜ਼ਾਲਮ ਹੀ ਜ਼ਾਲਮ ਸਨ। ਕੋਈ ਵੀ ਆਪਣਾ ਨਹੀਂ ਸੀ ਦਿਸਦਾ, ਪਰ ਤਾਂ ਵੀ ਜਾ ਕੇ ਫਤਿਹ ਬੁਲਾਈ। ਅਸੀਂ ਤੇ ਭੁੱਲ ਗਏ ਸੁੱਖਾਂ ਦੇ ਵਿੱਚ ਫਤਿਹ ਬੁਲਾਉਣੀ। ਅਸੀਂ ਭਾਈ ਕਦੀ ਚਾਹ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਕਦੀ ਕਿਸੇ ਨੂੰ ਫਤਿਹ ਬੁਲਾਈ ਆ? ਜਰਾ ਧਿਆਨ ਦਿਓ। ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤੇ ਕਦੀ ਫਤਿਹ ਬੁਲਾਈ ਹੈ? ਇਹ ਫਤਿਹ ਸਾਡਾ ਸਿਧਾਂਤ ਜੇ ਤੈਨੂੰ ਛੱਡਿਓ ਨਾ। ਅਸੀਂ ਲੱਗ ਗਏ ਗੁੱਡ ਮਾਰਨਿੰਗਾਂ ਦੇ ਪਿੱਛੇ, ਸਾਨੂੰ ਖਾ ਗਈ ਆਫਟਰਨੂਨ। ਉਹ ਭਲਿਆ ਗੁੱਡ ਤਾਂ ਹੀ ਜੇ ਤੇਰੇ ਕੋਲ ਵਾਹਿਗੁਰੂ ਹੈ, ਜੇ ਵਾਹਿਗੁਰੂ ਦਾ ਸਿਮਰਨ ਨਹੀਂ ਤੇ ਕੁਝ ਵੀ ਗੁੱਡ ਨਹੀਂ।
ਕੁਝ ਵੀ ਚੰਗਾ ਨਹੀਂ, ਵਾਹਿਗੁਰੂ ਹੈ ਤਾਂ ਸਭ ਕੁਝ ਚੰਗਾ ਹੈ। ਇਹ ਸਾਡਾ ਸਿਧਾਂਤ ਹੈ। ਇਹ ਨਾ ਹੋਵੇ ਕਿ ਸੋਚਿਓ ਕਿ ਕਿਤੇ ਸਾਨੂੰ ਕਿਸੇ ਨੇ ਕਹਿ ਦੇਣਾ ਕਿ ਅਨਪੜ੍ਹ ਹੀ ਤੁਰੇ ਫਿਰਦੇ ਆ, ਇਹਨਾਂ ਨੂੰ ਆਉਂਦਾ ਕੁਝ ਨਹੀਂ ਆ। ਉਹ ਭਲਿਓ, ਜੋ ਮਰਜ਼ੀ ਦੁਨੀਆ ਕਵੇ ਪਰ ਸਿਧਾਂਤ ਨੂੰ ਨਾ ਛੱਡਿਓ। ਇਹ ਪੂਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੇ ਪਾਏ ਤੇ ਸਾਨੂੰ ਪਾ ਕੇ ਵਿਖਾਏ। ਫਤਿਹ ਬੁਲਾਈ ਹੈ ਉਸ ਪਾਪੀ ਦੀ ਕਚਹਿਰੀ ਦੇ ਵਿੱਚ ਜਾ ਕੇ ਪਹਿਲੇ ਦਿਨ ਦੀ ਪੇਛੀ ਤੇ ਲਾਲਚ ਦੇਣ ਦਾ ਯਤਨ ਕੀਤਾ ਗਿਆ। ਲਾਲਚ ਕੀ ਦਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਬਖਸ਼ ਦਿੱਤੀ ਜਾਵੇਗੀ, ਤੁਹਾਨੂੰ ਅਸੀਂ ਡੋਲੀਆਂ ਦਵਾਂਗੇ, ਵੱਡੇ ਹੋਵੋਗੇ, ਬੇਗਮਾਂ ਦੇ ਨਾਲ ਨਿਕਾਹ ਕਰਿਓ, ਆਓ ਤੁਹਾਡੀ ਪਰਵਰਿਸ਼ ਦੀ ਜ਼ਿੰਮੇਵਾਰੀ ਵਜ਼ੀਰ ਖਾਨ ਨੇ ਲੈਣੀ ਹੈ, ਤੁਸੀਂ ਈਨ ਕਬੂਲ ਕਰ ਲਓ ਤੇ ਸਿੱਖੀ ਨੂੰ ਛੱਡ ਦਿਓ। ਤੇ ਉਸ ਵੇਲੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਅਸੀਂ ਸਿੱਖੀ ਨਹੀਂ ਛੱਡਣੀ, ਸਭ ਕੁਝ ਭਾਵੇਂ ਚਲਿਆ ਜਾਵੇ, ਸਿੱਖੀ ਨਹੀਂ ਜਾਣੀ ਚਾਹੀਦੀ। ਜੇ ਸਿੱਖੀ ਹੈ ਤੇ ਸਭ ਕੁਝ ਹੈ, ਜੇ ਸਭ ਕੁਝ ਹੈ ਤੇ ਸਿੱਖੀ ਨਹੀਂ ਤੇ ਕੁਝ ਵੀ ਨਹੀਂ। ਸਤ ਸੰਗਤ ਜੀ, ਉਸ ਵੇਲੇ ਕਿਹਾ ਗਿਆ ਹੈ ਕਿ ਇਸ ਪਾਪੀ ਨੂੰ ਅਸੀਂ ਤੇ ਪਾਪੀ ਕਵਾਂਗੇ ਨਾ, ਪਰ ਉੱਥੇ ਨਹੀਂ, ਉੱਥੇ ਤੇ ਸਤਿਕਾਰ ਦੇ ਨਾਲ ਕਿਹਾ ਹੋਵੇਗਾ ਨਾ ਕਿ ਇਹਨੂੰ ਵਜ਼ੀਰ ਨੂੰ ਸਲਾਮ ਕਰੋ, ਇਹਦੇ ਅੱਗੇ ਝੁਕ ਜਾਓ। ਤੇ ਉਸ ਵੇਲੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਜਿਹੜੇ ਝੁਕੇ ਹੋਏ ਹਨ ਉਹ ਨਹੀਂ ਝੁਕਦੇ। ਤੇ ਕਿੱਥੇ ਝੁਕੇ ਹੋਏ? ਅਕਾਲ ਪੁਰਖ ਪਰਮਾਤਮਾ ਦੇ ਸਨਮੁਖ, ਵਾਹਿਗੁਰੂ ਦੇ ਸਨਮੁਖ ਅਸੀਂ ਝੁਕੇ ਹੋਏ ਹਾਂ। ਅਸੀਂ ਇੱਕ ਅਕਾਲ ਪੁਰਖ ਪਰਮਾਤਮਾ ਤੇ ਯਕੀਨ ਰੱਖਦੇ ਹਾਂ, ਉਹਦੇ ਤੋਂ ਇਲਾਵਾ ਅਸੀਂ ਆਪਣਾ ਸੀਸ ਕਿਸੇ ਦੇ ਅੱਗੇ ਝੁਕਾਉਂਦੇ ਨਹੀਂ। ਇਹ ਲੋੜ ਹੈ ਸਾਨੂੰ ਆਪਣੇ ਵੱਲ ਧਿਆਨ ਦੇਣ ਦੀ। ਅਸੀਂ ਤਾਂ ਭਾਈ ਛੱਡਦੇ ਹੀ ਨਹੀਂ ਕਿਸੇ ਨੂੰ। ਅਸੀਂ ਤੇ ਆਪਣਾ ਸੀਸ ਜਿਹੜਾ ਹੈ ਇਹਨੂੰ ਤੇ ਐਵੇਂ ਕੋਈ ਚੀਜ਼ ਜੀ ਸਮਝ ਬੈਠੇ ਹਾਂ, ਜਿੱਥੇ ਮਰਜ਼ੀ ਝੁਕਾਤਾ, ਜਿੱਥੇ ਮਰਜ਼ੀ ਦੀਵਾ ਜਗਾਤਾ। ਉਹ ਨਹੀਂ ਭਲਿਆ, ਤੈਨੂੰ ਸਾਹਿਬਜ਼ਾਦਿਆਂ ਨੇ ਸਿਖਾਇਆ ਹੈ ਕਿ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਇਲਾਵਾ ਇਹ ਸੀਸ ਕਿਤੇ ਨਹੀਂ ਝੁਕਦਾ। ਜਦੋਂ ਕੋਈ ਨਹੀਂ ਚੱਲੀ ਵੈਰੀਆਂ ਦੀ, ਉਸ ਵੇਲੇ ਸਾਹਿਬਜ਼ਾਦਿਆਂ ਨੂੰ ਲਾਲਚ ਦੇ ਕੇ, ਪਰ ਲਾਲਚ ਕਬੂਲ ਨਹੀਂ ਕੀਤੇ, ਵਾਪਸ ਭੇਜਣਾ ਕੀਤਾ ਹੈ। ਕਿਹਾ ਕਿ ਜਾਓ ਆਪਣੀ ਬਜ਼ੁਰਗ ਦਾਦੀ ਦੇ ਨਾਲ, ਮਾਂ ਦੇ ਨਾਲ ਸਲਾਹ ਕਰੋ, ਮਸ਼ਵਰਾ ਕਰੋ, ਤੁਹਾਨੂੰ ਸਮਝਾਵੇ, ਤੁਹਾਡੀ ਜ਼ਿੰਦਗੀ ਬਚ ਜਾਵੇ। ਛੱਡ ਦੋ ਸਿੱਖੀ ਤੇ ਈਨ ਨੂੰ ਕਬੂਲ ਕਰ ਲਓ। ਹੱਸਦੇ ਖੇਡਦੇ ਨਾਮ ਜਪਦੇ ਮਾਤਾ ਦੇ ਕੋਲ ਆਏ ਹਨ, ਧੰਨ ਮਾਤਾ ਗੁਜਰ ਕੌਰ ਜੀ ਦੇ ਕੋਲ। ਠੰਡੇ ਬੁਰਜ ਦੇ ਵਿੱਚ ਫੇਰ ਆ ਗਏ। ਮਾਂ ਨੇ ਕਿਹਾ ਪੁੱਤਰੋ ਕੀ ਹੋਇਆ ਸੀ? ਦੱਸਿਆ ਮਾਂ ਆਹ ਕੁਝ ਹੋਇਆ ਸੀ, ਅਸੀਂ ਡੋਲੇ ਨਹੀਂ, ਅਸੀਂ ਗੱਜ ਵੱਜ ਕੇ ਜਵਾਬ ਦਿੱਤੇ ਹਨ, ਅਸੀਂ ਚੜ੍ਹਦੀ ਕਲਾ ਵਾਲੇ ਜਵਾਬ ਦਿੱਤੇ ਹਨ। ਜ਼ਾਲਮਾਂ ਨੇ ਕੋਸ਼ਿਸ਼ ਕੀਤੀ ਸੀ ਲਾਲਚ ਦੇ ਕੇ ਡਲਾ ਲਈਏ, ਪਰ ਅਸੀਂ ਡੋਲੇ ਨਹੀਂ। ਪਹਿਲੀ ਪੇਸ਼ੀ, ਅੱਜ ਦੂਸਰੀ ਪੇਸ਼ੀ ਹੈ ਸਤ ਸੰਗਤ ਜੀ। ਫਿਰ ਧੰਨ ਮਾਤਾ ਗੁਜਰ ਕੌਰ ਜੀ, ਰਾਤ ਪੈਂਦੀ ਹੈ, ਸੰਧਿਆ ਦਾ ਵੇਲਾ ਹੁੰਦਾ ਹੈ। ਮਾਂ ਨੇ ਸ਼ੁਕਰ ਕੀਤਾ ਪ੍ਰਮਾਤਮਾ ਦਾ, ਅਰਦਾਸ ਬੇਨਤੀ ਕੀਤੀ ਕਿੱਦਾਂ ਬੱਚਿਆਂ ਨੂੰ ਗੋਦ ਦੇ ਵਿੱਚ ਲੈ ਕੇ ਸੰਧਿਆ ਦੇ ਵੇਲੇ ਰਹਿਰਾਸ ਸਾਹਿਬ ਜੀ ਦੇ ਜਾਪ ਕੀਤੇ ਹੋਣਗੇ, ਕਿੱਦਾਂ ਬੱਚਿਆਂ ਨੂੰ ਗੋਦ ਦੇ ਵਿੱਚ ਲੈ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹੋਣਗੇ, ਕਿੱਦਾਂ ਬੱਚਿਆਂ ਨੂੰ ਠੰਡ ਦੇ ਵਿੱਚ ਗੋਦ ਦੇ ਵਿੱਚ ਲੈ ਕਰਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੋਵੇਗਾ। ਸਤ ਸੰਗਤ ਜੀ, ਸਾਡੇ ਬੱਚਿਆਂ ਤੋਂ ਕਿਤੇ ਰਾਤ ਰਜਾਈ ਉਤਰ ਜਾਵੇ ਨਾ, ਸਾਨੂੰ ਫਿਕਰ ਪੈ ਜਾਂਦਾ ਹੈ ਕਿ ਇਹਦਾ ਚਿਹਰਾ ਨੰਗਾ ਹੈ, ਕਿਤੇ ਅੰਦਰ ਪਏ ਨੂੰ ਠੰਡ ਨਾ ਲੱਗ ਜਾਵੇ। ਪਰ ਉਸ ਮਾਂ ਦੇ ਸਾਹਮਣੇ ਤੇ ਉਹ ਛੋਟੇ ਛੋਟੇ ਬੱਚੇ ਉਹ ਠੰਡ ਦੇ ਵਿੱਚ ਪਏ ਹੋਏ ਸਨ। ਅੱਜ ਫੇਰ ਨਿੱਘ ਦੇਣ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਪੁੱਛਦੇ, ਮਾਂ ਅੱਜ ਕਿਹਦਾ ਨਿੱਘ ਦਵੇਂਗੀ? ਅੱਜ ਤੇ ਮਾਂ ਨੇ ਕਿਹਾ ਪੁੱਤਰੋ ਰਾਤ ਤਾਂ ਮੁੱਕ ਸਕਦੀ ਹੈ, ਬਾਤ ਨਹੀਂ ਮੁੱਕ ਸਕਦੀ। ਜਿਹੜੀਆਂ ਦੁਨਿਆਵੀ ਬਾਤਾਂ ਹਨ ਇਹ ਮੁੱਕ ਜਾਂਦੀਆਂ ਨੇ, ਰਾਤ ਨਹੀਂ ਮੁੱਕਦੀ। ਪਰ ਜਿਹੜੀਆਂ ਗੁਰੂ ਘਰ ਦੀਆਂ ਬਾਤਾਂ ਨੇ ਉਹ ਨਹੀਂ ਮੁੱਕਦੀਆਂ, ਰਾਤ ਮੁੱਕ ਜਾਂਦੀ ਹੈ। ਮਾਂ ਕਿਹੜੀਆਂ ਬਾਤਾਂ, ਕਿਹੜਾ ਨਿੱਘ? ਤੇ ਮਾਂ ਨੇ ਕਿਹਾ ਅੱਜ ਮੈਂ ਤੁਹਾਨੂੰ ਨਿੱਘ ਦਵਾਂਗੀ ਤੁਹਾਡੇ ਦਾਦੇ ਦਾ।
ਜਿਹਦੇ ਨਾਲ ਗਏ ਸਨ ਭਾਈ ਮਤੀ ਦਾਸ ਸਾਹਿਬ ਜੀ, ਜਿਹਦੇ ਨਾਲ ਗਏ ਸਨ ਭਾਈ ਸਤੀ ਦਾਸ ਸਾਹਿਬ ਜੀ, ਜਿਹਦੇ ਨਾਲ ਗਏ ਸਨ ਭਾਈ ਦਿਆਲਾ ਜੀ, ਜਿਨ੍ਹਾਂ ਨੇ ਉਬਲਦੀਆਂ ਦੇਗਾਂ ਦੇ ਵਿੱਚ ਚੌਂਕੜੇ ਲਾ ਲਏ, ਜਿਨ੍ਹਾਂ ਨੂੰ ਰੂੰ ਦੇ ਵਿੱਚ ਬੰਨ੍ਹ ਕੇ ਜ਼ਾਲਮਾਂ ਨੇ ਸਾੜ ਦਿੱਤਾ, ਤੇ ਜਿਨ੍ਹਾਂ ਦੇ ਸੀਸ ਦੇ ਉੱਤੇ ਚਲਾ ਕੇ ਆਰਾ ਦੋ ਫਾੜ ਕਰਕੇ ਸਰੀਰ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਵੀ ਇਹੋ ਹੀ ਕਿਹਾ ਗਿਆ ਸੀ ਕਿ ਧਰਮ ਛੱਡ ਦਿਓ। ਉਹਨਾਂ ਨੂੰ ਵੀ ਇਹੋ ਕਿਹਾ ਗਿਆ ਸੀ ਕਿ ਈਨ ਮੰਨ ਲਓ। ਉਹਨਾਂ ਨੂੰ ਵੀ ਇਹੋ ਕਿਹਾ ਗਿਆ ਸੀ ਕਿ ਕਲਮਾ ਪੜ੍ਹ ਲਓ, ਪਰ ਉਹ ਨਹੀਂ ਡੋਲੇ। ਜਦੋਂ ਮਾਂ ਨੇ ਇਤਿਹਾਸ ਸੁਣਾਇਆ ਹੈ, ਜਦੋਂ ਮਾਂ ਨੇ ਬਾਣੀ ਪੜ੍ਹੀ ਹੈ, ਤੇ ਹੋਰ ਪੱਕੇ ਹੋ ਗਏ। ਹੋਰ ਅੱਜ ਦਾ ਦਿਨ ਚੜ੍ਹਦਾ ਹੈ 12 ਪੋਹ ਦਾ, 12 ਪੋਹ ਦਾ ਦਿਨ ਚੜ੍ਹਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਉਸੇ ਤਰ੍ਹਾਂ ਮਾਂ ਨੇ ਫਿਰ ਤਿਆਰ ਕੀਤੇ, ਉਸੇ ਤਰ੍ਹਾਂ ਹੀ ਮਾਂ ਨੇ ਤਿਆਰ ਕੀਤੇ। ਸਤ ਸੰਗਤ ਜੀ, ਆਪਣੇ ਹੱਥਾਂ ਦੇ ਨਾਲ ਕੇਸ ਵਾਏ, ਸੋਹਣੇ ਸੋਹਣੇ ਜੂੜੇ ਕੀਤੇ, ਦਸਤਾਰਾਂ ਸਜਾਈਆਂ, ਤੇ ਤਿਆਰ ਬਰ ਤਿਆਰ ਕਰਕੇ, ਜਿਵੇਂ ਅੱਜ ਫਿਰ ਭਾਈ ਕੋਈ ਪਰਚਾ ਦੇਣ ਚੱਲੇ ਹੋਣ। ਅਰਦਾਸ ਕੀਤੀ ਮਾਂ ਨੇ, ਹੇ ਸੱਚਿਆ ਪਾਤਸ਼ਾਹ ਕਿਰਪਾ ਕਰੀ, ਮੇਰ ਭਰਿਆ ਹੱਥ ਸਿਰ ਤੇ ਰੱਖੀ, ਜਿੱਦਾਂ ਵੱਡਿਆਂ ਦੀ ਨਿਭ ਗਈ ਛੋਟਿਆਂ ਦੀ ਵੀ ਨਿਭ ਜਾਵੇ। ਜਿੱਦਾਂ ਵੱਡਿਆਂ ਦੀ ਨਿਭ ਗਈ ਛੋਟਿਆਂ ਦੀ ਵੀ ਨਿਭ ਜਾਵੇ। ਕਰੀ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ, ਇਹ ਛੋਟੇ ਹਨ ਕਿਤੇ ਡੋਲ ਨਾ ਜਾਣ, ਕਿਤੇ ਡੋਲ ਨਾ ਜਾਣ। ਸਤ ਸੰਗਤ ਜੀ, ਫਿਰ ਸਿਪਾਹੀ ਆਏ ਹਨ, ਆ ਕਰਕੇ ਲੈ ਕੇ ਜਾਂਦੇ ਹਨ। ਪਹਿਲੇ ਦਿਨ ਤੇ ਦੂਸਰੇ ਦਿਨ ਮਾਂ ਨੇ ਇਹੋ ਕਿਹਾ ਤੁਰਨ ਲੱਗਿਆਂ, ਪੁੱਤਰੋ ਵੇਖਿਓ ਕਿਤੇ ਡੋਲਿਓ ਨਾ। ਆ ਬਜ਼ੁਰਗ ਮਾਂ ਠੰਡੇ ਬੁਰਜ 'ਚ ਬੈਠੀ ਤੁਹਾਨੂੰ ਉਡੀਕੇਗੀ, ਉਡੀਕੇਗੀ। ਉਸ ਜ਼ਾਲਮ ਦੀ ਕਚਹਿਰੀ 'ਚ ਜਾਂਦੇ ਹਨ। ਸਤ ਸੰਗਤ ਜੀ, ਜ਼ਾਲਮਾਂ ਨੇ ਅੱਜ ਸਕੀਮ ਲਾਈ, ਸਕੀਮ ਕਿ ਲਾਲਚ ਦੇ ਕੇ ਵੇਖ ਲਿਆ ਨਹੀਂ ਡੋਲੇ, ਅੱਜ ਧੋਖੇ ਦੇ ਨਾਲ ਝੁਕਾਉਣ ਦਾ ਯਤਨ ਕਰਦੇ ਹਾਂ। ਅੱਜ ਧੋਖੇ ਦੇ ਨਾਲ ਝੁਕਾਉਣ ਦਾ ਯਤਨ ਕਰਦੇ ਹਾਂ। ਕਿਹੜਾ ਧੋਖਾ? ਅੱਜ ਸੁੱਚੇ ਨੰਦ ਵਰਗੇ ਜਿਹੜੇ ਝੂਠੇ ਨੰਦ ਹਨ, ਜਿਨ੍ਹਾਂ ਨੂੰ ਖਾਲਸਾ ਨੇ ਝੂਠਾ ਨੰਦ ਦਾ ਨਾਂ ਦਿੱਤਾ ਹੈ। ਨਾਮ ਦੇ ਸੁੱਚੇ ਸਨ, ਪਰ ਸੁਚਮਤਾਈ ਕੋਈ ਨਹੀਂ ਸੀ ਕੋਲ, ਗੁਲਾਮ ਸਨ, ਗੁਲਾਮ। ਇਹਨਾਂ ਨੇ ਸਲਾਹਾਂ ਦਿੱਤੀਆਂ ਕਿ ਇਦਾਂ ਕਰੋ, ਜਿਹੜੀ ਕਚਹਿਰੀ ਹੈ ਇਹਦਾ ਵੱਡਾ ਦਰਵਾਜ਼ਾ ਬੰਦ ਕਰ ਦਿਓ, ਇੱਕ ਛੋਟੀ ਜੀ ਖਿੜਕੀ ਖੋਲੋ। ਜਦੋਂ ਸਿਪਾਹੀ ਆਉਣਗੇ ਨਾ, ਉਹ ਪਹਿਲਾਂ ਆਪ ਝੁਕ ਕੇ ਲੰਘਣਗੇ, ਤੇ ਉਹਨਾਂ ਦੇ ਪਿੱਛੇ ਇਹ ਛੋਟੇ ਛੋਟੇ ਲਾਲ ਵੀ ਝੁਕ ਕੇ ਲੰਘਣਗੇ। ਤੇ ਜਦੋਂ ਝੁਕ ਜਾਣਗੇ ਨਾ, ਸਾਰੀ ਕਚਹਿਰੀ ਕਹਿ ਦਵੇਗੀ ਕਿ ਗੁਰੂ ਗੋਬਿੰਦ ਦੇ ਲਾਲ ਝੁਕ ਗਏ। ਜਿਹਨੂੰ ਅਸੀਂ ਝੁਕਾ ਨਹੀਂ ਸਕੇ ਅਨੰਦਪੁਰ ਸਾਹਿਬ ਦੇ ਵਿੱਚ 8 ਮਹੀਨਿਆਂ ਦਾ ਘੇਰਾ ਪਾ ਕੇ, ਜਿਹਨੂੰ ਅਸੀਂ ਝੁਕਾ ਨਹੀਂ ਸਕੇ ਸਰਸਾ ਦੇ ਕੰਢੇ ਤੇ ਖਾਧੀਆਂ ਹੋਈਆਂ ਸੌਹਾਂ ਨੂੰ ਮੁੱਕਰ ਕਰਕੇ, ਧਰਮ ਨੂੰ ਸਾਹਮਣੇ ਰੱਖ ਕੇ ਅਸੀਂ ਮੁੱਕਰ ਗਏ, ਝੁਕਾ ਨਹੀਂ ਸਕੇ, ਹਮਲਾ ਕਰ ਦਿੱਤਾ। ਜਿਹਦੇ ਪੁੱਤਰਾਂ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ। ਜਿਹਨੂੰ ਅਸੀਂ ਫੜਨ ਦੇ ਲਈ 10 ਲੱਖ ਫੌਜ ਲੈ ਕੇ ਗਏ, ਪਰ ਉਹਨੂੰ ਫੜ ਨਹੀਂ ਸਕੇ, ਉਹਨੂੰ ਭਾਈ ਈਣ ਨਹੀਂ ਮਨਾ ਸਕੇ। ਅੱਜ ਉਹਦੇ ਬੱਚੇ ਜਦੋਂ ਝੁਕਣਗੇ ਨਾ, ਤੇ ਕਵਾਂਗੇ ਗੁਰੂ ਗੋਬਿੰਦ ਦੇ ਲਾਲ ਝੁਕ ਗਏ। ਧਿਆਨ ਦਿਓ ਗੁਰਮੁਖੋ, ਜਦੋਂ ਅਸੀਂ ਜਾ ਕੇ ਥਾਂ ਥਾਂ ਤੇ ਝੁਕਦੇ ਆਂ, ਜਦੋਂ ਅਸੀਂ ਪੱਥਰਾਂ ਦੇ ਅੱਗੇ ਸਿਰ ਰਗੜਦੇ ਆਂ, ਅਸੀਂ ਵੀ ਗੋਬਿੰਦ ਦੇ ਲਾਲ ਆਂ। ਸਾਨੂੰ ਵੀ ਸਤਿਗੁਰਾਂ ਜੀ ਨੇ ਆਪਣੇ ਨਾਦੀ ਪੁੱਤਰ ਬਣਾਇਆ ਹੈ, ਨਾਦੀ ਧੀਆਂ ਬਣਾਇਆ ਹੈ। ਧਿਆਨ ਦਿਓ, ਆਪਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸੰਬੰਧ ਰੱਖਦੇ ਹਾਂ। ਵਿਉਂਦ ਬਣਾਈ ਗਈ ਹੈ ਕਿ ਛੋਟਾ ਦਰਵਾਜ਼ਾ ਉਹਨੂੰ ਖੋਲ੍ਹਿਆ ਜਾਵੇ ਤੇ ਵੱਡੇ ਨੂੰ ਬੰਦ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਹੋਇਆ। ਇਹਨਾਂ ਵੈਰੀਆਂ ਨੇ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਆਂਦਾ ਹੈ। ਆਪਸ ਦੇ ਵਿੱਚ ਸੈਨਤਾਂ ਮਾਰਦੇ, ਸਲਾਹਾਂ ਕਰਦੇ, ਅੱਗੇ ਸਿਪਾਹੀ ਜਾ ਰਹੇ ਹਨ, ਝੁਕ ਕੇ ਨੰਗੇ ਝੁਕ ਕੇ, ਤੇ ਵਜ਼ੀਰ ਖਾਨ ਨੂੰ ਜਾ ਕੇ ਸਿਪਾਹੀਆਂ ਨੇ ਸਲਾਮ ਕੀਤੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਇੱਕ ਦੂਸਰੇ ਵੱਲ ਵੇਖਦੇ ਹਨ। ਗੁਰਮੁਖੋ ਬ੍ਰਹਮ ਗਿਆਨੀ ਸਨ। ਵੱਖਰੀ ਗੱਲ ਕਿ ਜਿਨ੍ਹਾਂ ਦੇ ਨੇਤਰਾਂ ਤੇ ਮਾਇਆ ਦਾ ਪਰਦਾ ਪੈ ਜਾਵੇ ਨਾ, ਉਹਨਾਂ ਨੂੰ ਕੁਝ ਨਹੀਂ ਦੀਦਾ। ਜਿਨ੍ਹਾਂ ਦੀਆਂ ਅੱਖਾਂ ਤੇ ਸਤਾ ਦਾ ਪਰਦਾ ਪੈ ਜਾਵੇ ਨਾ, ਉਹਨਾਂ ਨੂੰ ਕੁਝ ਨਹੀਂ ਦੀਦਾ।
ਉਹਨਾਂ ਨੂੰ ਤੇ ਆਪਣਾ ਪਿਓ ਨਹੀਂ ਦਿਸਿਆ, ਉਹਨਾਂ ਨੂੰ ਤੇ ਆਪਣੇ ਭਰਾ ਨਹੀਂ ਦਿਸੇ, ਉਹਨਾਂ ਨੂੰ ਤੇ ਆਪਣੀ ਭੈਣ ਨਹੀਂ ਦਿਸੀ, ਧੀ ਨਹੀਂ ਦਿਸੀ। ਉਹ ਕੀ ਭਲਾ ਕਿਸੇ ਨੂੰ ਵੇਖਣਗੇ। ਔਰੰਗਜ਼ੇਬ ਆਰੰਭਤਾ ਕੀਤੀ ਸੀ ਨਾ ਇਤਿਹਾਸ ਦੀ, ਤੇ ਸੰਗਤ ਦੇ ਨਾਲ ਸਾਂਝ ਪਾਈ ਸੀ ਕਿ ਕਿੱਡਾ ਵੱਡਾ ਦਰਿੰਦਾ ਸੀ ਔਰੰਗਜ਼ੇਬ, ਕਿੱਡਾ ਵੱਡਾ ਰਾਖਸ਼ ਸੀ ਔਰੰਗਜ਼ੇਬ। ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਇੱਕ ਦੂਸਰੇ ਦੇ ਮੁਖਾਰਬਿੰਦ ਵੱਲ ਨਿਹਾਰਦੇ ਹਨ, ਤੇ ਕੀ ਕੀਤਾ, ਉਹ ਛੋਟੇ ਛੋਟੇ ਚਰਨ ਜਿਨ੍ਹਾਂ ਦੇ ਵਿੱਚ ਤਿੱਲੇਦਾਰ ਜੁੱਤੀਆਂ ਪਾਈਆਂ, ਉਸ ਦਰਵਾਜ਼ੇ ਦੇ ਵਿੱਚੋਂ ਅੱਗੇ ਰੱਖ ਦਿੱਤੇ। ਅੱਗੇ ਚਰਨ, ਕੱਲੇ ਚਰਨ ਅੱਗੇ ਰੱਖੇ, ਆਪ ਨਹੀਂ ਅੱਗੇ ਗਏ। ਸੂਬੇ ਨੇ ਵੇਖ ਕਰਕੇ ਨਾ ਤੇ ਮੂੰਹ 'ਚ ਉਂਗਲ ਪਾ ਲਈ, ਤੋਬਾ, ਇਹਨਾਂ ਦੇ ਵਿੱਚ ਕੀ ਭਰਿਆ ਹੈ। ਸਾਰੀ ਕਚਹਿਰੀ ਸਤ ਸੰਗਤ ਜੀ ਸੁੰਨ ਹੋ ਗਈ ਕਿ ਅਸੀਂ ਸੋਚਿਆ ਤੇ ਕੁਝ ਹੋਰ ਸੀ, ਕਿ ਲਾਲਚ ਦਿੱਤਿਆਂ ਨਹੀਂ ਝੁਕੇ, ਲਾਲਚ ਦਿੱਤਿਆਂ ਨਹੀਂ ਝੁਕੇ, ਤੇ ਧੋਖੇ ਦੇ ਨਾਲ ਝੁਕਾ ਲਈਏ। ਸ਼ਾਇਦ ਧੋਖਾ ਚੱਲ ਜਾਵੇ, ਧੋਖਾ ਵੀ ਨਹੀਂ ਚੱਲਿਆ। ਕਹਿ ਲਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੇ ਇਹ ਜੋ ਜਿਹੜੀ ਜੁੱਤੀ ਸੀ ਨਾ, ਉਹਦੀ ਨੋਕ ਦੇ ਉੱਤੇ ਠੁਕਰਾ ਦਿੱਤੀਆਂ ਇਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਜਗੀਰਾਂ ਸਨ, ਮਾਇਆ ਸੀ, ਮਹਿਲ ਮਾੜੀਆਂ ਸਨ, ਕਿ ਭਲਿਓ ਆ ਜੋ ਤੁਹਾਡਾ ਹੈ ਮਾਇਆ ਮਹਿਲ ਮਾੜੀਆਂ, ਇਹ ਤੇ ਅਸੀਂ ਜੁੱਤੀ ਦੀ ਨੋਕ ਦੇ ਨਾਲ ਠਕਰਾਉਂਦੇ ਹਾਂ, ਸਾਨੂੰ ਕੇਵਲ ਤੇ ਕੇਵਲ ਸਿੱਖੀ ਪਿਆਰੀ ਹੈ। ਪਹਿਲਾਂ ਚਰਨ ਅੱਗੇ ਰੱਖੇ, ਫਿਰ ਅੱਗੇ ਜਾਂਦੇ ਹਨ। ਉਸੇ ਤਰ੍ਹਾਂ ਹੀ ਜਿੱਦਾਂ ਪਹਿਲੇ ਦਿਨ ਫਤਿਹ ਬੁਲਾਈ ਸੀ, ਉਸੇ ਤਰ੍ਹਾਂ ਹੀ ਗੱਜ ਕੇ ਦੂਸਰੇ ਦਿਨ ਫੇਰ ਜਾ ਕੇ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ ਸਾਰੇ ਹੈਰਾਨ ਹੋ ਰਹੇ ਹਨ। ਫਿਰ ਕਿਹਾ ਗਿਆ ਹੈ ਕਿ ਤੁਸੀਂ ਛੱਡ ਦਿਓ ਧਰਮ ਨੂੰ, ਬਚਾ ਲਓ ਆਪਣੀਆਂ ਜਾਨਾਂ। ਜਿਹੜਾ ਸੂਬਾ ਹੈ ਨਾ, ਉਹ ਕਹਿੰਦਾ ਹੈ, ਵੇਖੋ ਮੈਂ ਗੱਲ ਕਰਾਂਗਾ ਔਰੰਗਜ਼ੇਬ ਦੇ ਨਾਲ, ਤੇ ਮੈਂ ਔਰੰਗਜ਼ੇਬ ਦੇ ਨਾਲ ਗੱਲ ਕਰਾਂਗਾ, ਉਹ ਬੜਾ ਚੰਗਾ ਬਾਦਸ਼ਾਹ ਜੇ, ਉਹ ਤੁਹਾਨੂੰ ਬਖਸ਼ ਦੇਵੇਗਾ, ਤੁਹਾਡੀਆਂ ਜਾਨਾਂ ਬਖਸ਼ ਦੇਵੇਗਾ, ਉਹ ਤੁਹਾਡੀਆਂ ਜਾਨਾਂ ਬਖਸ਼ ਦੇਵੇਗਾ, ਤੇ ਤੁਸੀਂ ਬਸ ਈਨ ਕਬੂਲ ਕਰ ਲਓ। ਤੇ ਸਾਹਿਬਜ਼ਾਦਿਆਂ ਨੇ ਕਿਹਾ ਸੀ, ਉਹ ਕਿਸ ਪਾਪੀ ਦੀ ਗੱਲ ਕਰਦਾ ਹੈ? ਔਰੰਗੇ ਦੀ, ਜਿਹੜਾ ਆਪਣੇ ਪਿਓ ਦਾ ਨਹੀਂ ਬਣਿਆ, ਜਿਨਨੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ, ਪਾਣੀ ਦੀ ਘੁੱਟ ਨਹੀਂ ਸੀ ਦਿੱਤੀ। ਗੁਰਮੁਖੋ ਹੋਵੇ ਪਿਓ ਤੇ ਪਾਣੀ ਤੂੰ ਤਰਸਦਾ ਤਰਸਦਾ ਤੜਫ ਕੇ ਮਰ ਜਾਵੇ, ਉਹਦੇ ਅੰਦਰ ਕਿੰਨੀ ਕੁ ਦਇਆ ਹੋਵੇਗੀ। ਉਸ ਔਰੰਗਜ਼ੇਬ ਦੀ ਗੱਲ ਕਰਦਾ ਜਿਨਨੇ ਆਪਣੇ ਭਰਾਵਾਂ ਦਾ ਕੀਤਾ ਕਤਲ ਤੇ ਆ ਗੱਦੀ ਦੇ ਉੱਤੇ ਬਹਿ ਗਿਆ। ਉਸ ਔਰੰਗਜ਼ੇਬ ਦੀ ਗੱਲ ਕਰਦਾ ਜਿਨਨੇ ਆਪਣੀ ਧੀ ਤੱਕ ਦਾ ਕਤਲ ਕਰ ਦਿੱਤਾ ਸੀ, ਉਹਦੀ ਗੱਲ ਕਰਦਾ ਹੈ ਨਾ। ਨਹੀਂ, ਅਸੀਂ ਨਹੀਂ ਈਨ ਕਬੂਲ ਕਰਨੀ, ਅਸੀਂ ਇਹੋ ਜਿਹੇ ਝੂਠੇ ਰਾਜਿਆਂ ਦੇ ਉੱਤੇ ਯਕੀਨ ਨਹੀਂ ਕਰਦੇ। ਸਾਡਾ ਇੱਕੋ ਹੀ ਇੱਕ ਰਾਜਾ ਹੈ, ਕੋਈ ਹਰ ਸਮਾਨ ਨਾ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਅਸੀਂ ਇੱਕ ਤੇ ਯਕੀਨ ਕਰਦੇ ਹਾਂ, ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਦੇ ਉੱਤੇ। ਇਸ ਤੋਂ ਅੱਗੇ ਸਤ ਸੰਗਤ ਜੀ ਫਿਰ ਇਤਿਹਾਸ ਦੱਸਦਾ ਕਿ ਯਤਨ ਕੀਤਾ ਗਿਆ ਕਿ ਹੁਣ ਕੀ ਕੀਤਾ ਜਾਵੇ। ਫਿਰ ਕਿਹਾ ਗਿਆ ਹੈ ਕਿ ਤੁਹਾਡੇ ਵੱਡੇ ਭਰਾ, ਉਹਨਾਂ ਨੂੰ ਤੇ ਅਸੀਂ ਕਤਲ ਕਰ ਦਿੱਤਾ, ਕਿਉਂਕਿ ਉਹਨਾਂ ਨੇ ਕਤਲ ਹੀ ਸ਼ਬਦ ਵਰਤਿਆ ਹੋਵੇਗਾ। ਸ਼ਹੀਦ ਸ਼ਬਦ ਤੇ ਅਸੀਂ ਵਰਤਦੇ ਹਾਂ ਨਾ, ਪਰ ਉਹਨਾਂ ਜ਼ਾਲਮਾਂ ਨੇ ਸ਼ਬਦ ਨਹੀਂ ਵਰਤਿਆ ਹੋਵੇਗਾ। ਕਹਿੰਦੇ ਉਹਨਾਂ ਨੂੰ ਤਾਂ ਅਸੀਂ ਕਤਲ ਕਰ ਦਿੱਤਾ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਅਸੀਂ ਫੜ ਲਿਆ ਹੈ। ਤੇ ਉਸ ਵੇਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਗੱਜ ਕੇ ਕਹਿੰਦੇ, ਉਹ ਜ਼ਾਲਮੋ, ਉਹਨਾਂ ਨੂੰ ਕਤਲ ਨਹੀਂ ਕਹਿੰਦੇ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਤੇ ਜੇ ਉਹ ਸ਼ਹਾਦਤ ਦਾ ਜਾਮ ਪੀ ਗਏ ਹਨ ਜੂਝਦਿਆਂ ਹੋਇਆਂ, ਤੇ ਇਦੋਂ ਵੱਡੀ ਖੁਸ਼ੀ ਕੋਈ ਨਹੀਂ।
ਇਦੋਂ ਵੱਡਾ ਤੇ ਸਾਡੇ ਵਿੱਚ ਚਾਅ ਹੀ ਕੋਈ ਨਹੀਂ। ਇਹ ਤੇ ਸਾਡਾ ਪਹਿਲਾ ਸਬਕਿਆ, ਪਹਿਲਾ ਮਰਨ ਕਬੂਲ। ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਤੇ ਕਰਦੇ ਜੇ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਕੋਈ ਨਹੀਂ ਦੁਨੀਆ ਦੇ ਉੱਤੇ ਐਸਾ ਜੰਮਿਆ ਜਿਹੜਾ ਉਹਨੂੰ ਫੜ ਲਵੇ, ਜਿਹੜਾ ਉਹਨੂੰ ਬੰਦੀ ਬਣਾ ਲਵੇ, ਜਿਹੜਾ ਉਹਨੂੰ ਕੈਦ ਕਰ ਲਵੇ। ਕੋਈ ਨਹੀਂ ਐਸਾ ਜੰਮਿਆ ਸੂਰਮਾ। ਇਹਨਾਂ ਨੇ ਫਿਰ ਮੂੰਹ ਦੇ ਵਿੱਚ ਉਂਗਲਾਂ ਪਾ ਲਈਆਂ, ਹੈਰਾਨ ਹੋ ਗਏ ਕਿ ਹੁਣ ਕੀ ਕਰੀਏ। ਉਸ ਵੇਲੇ ਸਤ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਜੋ ਸ਼ੇਰ ਮੁਹੰਮਦ ਖਾਂ ਮਰੇਲ ਕੋਟਲੇ ਦਾ ਸੀਗਾ, ਜਿਹਦੇ ਭਰਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਤੀਰ ਮਾਰ ਕੇ, ਸ਼ਹੀਦ ਹੀ ਕਵਾਂਗੇ ਨਾ ਕਿਉਂਕਿ ਸਤਿਗੁਰੂ ਜੀ ਦੇ ਹੱਥੋਂ ਤੀਰ ਵੱਜਾ ਹੈ, ਸ਼ਹੀਦ ਕੀਤਾ ਸੀ। ਉਹਨੂੰ ਬੁਲਾਇਆ ਗਿਆ ਕਿ ਸ਼ਾਇਦ ਇਹ ਜਿਹੜਾ ਹੈ ਇਹ ਛੋਟੇ ਬੱਚਿਆਂ ਤੋਂ ਬਦਲਾ ਲਵੇ, ਤਸ਼ੱਦਦ ਕਰੇ ਉਹਨਾਂ ਦੇ ਉੱਤੇ। ਪਰ ਉਹਨੇ ਹਾ ਦਾ ਨਾਰਾ ਮਾਰਿਆ। ਉਹ ਕਹਿੰਦਾ ਮੈਂ ਜੂਝਾਂਗਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਹਨਾਂ ਬੱਚਿਆਂ ਦੇ ਉੱਤੇ ਜ਼ੁਲਮ ਕਰਨਾ ਹੈ, ਖੁਦਾ ਇਜਾਜ਼ਤ ਨਹੀਂ ਦਿੰਦਾ। ਖੁਦਾ ਮੈਨੂੰ ਐਸੇ ਪਾਪ ਤੋਂ ਬਚਾ ਕਰਕੇ ਰੱਖੇ। ਉਹ ਹਾ ਦਾ ਨਾਰਾ ਮਾਰ ਕੇ ਚਲਾ ਗਿਆ ਹੈ। ਇਹਨਾਂ ਪਾਪੀਆਂ ਦੀ ਫਿਰ ਕੁਝ ਨਹੀਂ ਚੱਲੀ। ਧੋਖਾ ਕਰਨ ਦਾ ਵੀ ਯਤਨ ਕੀਤਾ ਹੈ, ਲਾਲਚ ਦੇਣ ਦਾ ਵੀ ਯਤਨ ਕੀਤਾ ਹੈ, ਪਰ ਸਾਹਿਬਜ਼ਾਦਿਆਂ ਨੇ ਇਹ ਨਹੀਂ ਮੰਨੀ। ਹੁਣ ਜਿਹੜਾ ਵਜ਼ੀਰ ਹੈ ਉਹ ਗੁੱਸੇ ਦੇ ਵਿੱਚ ਆਇਆ ਹੈ, ਰੋਹ ਦੇ ਵਿੱਚ ਆਇਆ ਹੈ, ਪਾਪੀ ਬੰਦਾ। ਤੇ ਉਹਨੇ ਕਿਹਾ ਕਿ ਜਾਓ ਆਪਣੀ ਦਾਦੀ ਦੇ ਨਾਲ ਜਾ ਕੇ ਸਲਾਹ ਕਰ ਲਓ। ਜੇ ਤੁਸੀਂ ਅੱਜ ਦਾ ਦਿਨ ਤੁਹਾਨੂੰ ਦੇਨੇ ਆ, ਜੇ ਈਣ ਨਹੀਂ ਜੇ ਨਾ ਕਬੂਲ ਕਰਦੇ ਤੇ ਕੱਲ ਨੂੰ ਤੁਹਾਨੂੰ ਅਸੀਂ ਸ਼ਹੀਦ ਕਰ ਦੇਵਾਂਗੇ, ਕੱਲ ਨੂੰ ਤੁਹਾਨੂੰ ਅਸੀਂ ਸ਼ਹੀਦ ਕਰ ਦੇਵਾਂਗੇ, ਖਤਮ ਕਰ ਦੇਵਾਂਗੇ। ਸਤ ਸੰਗਤ ਜੀ ਚਾਈ ਚਾਈ ਛੋਟੇ ਛੋਟੇ ਲਾਲ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਦੇ ਕੋਲ ਪਹੁੰਚਦੇ ਹਨ। ਜਾ ਕਰਕੇ ਫਿਰ ਅੱਜ ਦਾ ਹਵਾਲਾ ਦੱਸਿਆ ਕਿ ਮਾਂ ਇਸ ਤਰ੍ਹਾਂ ਸਾਡੇ ਨਾਲ ਕੀਤਾ ਗਿਆ, ਇਸ ਤਰ੍ਹਾਂ ਸਾਨੂੰ ਡਰਾਉਣ ਦਾ ਧਮਕਾਉਣ ਦਾ ਯਤਨ ਕੀਤਾ ਗਿਆ, ਪਰ ਅਸੀਂ ਨਹੀਂ ਡੋਲੇ। ਮਾਂ ਉਹਨਾਂ ਕਿਹਾ ਆ ਕਿ ਦਿਨ ਚੜ੍ਹਨਾ ਹੈ ਨਾ ਜਦੋਂ, ਜੇ ਤੁਸੀਂ ਈਣ ਕਬੂਲ ਨਹੀਂ ਨਾ ਕਰਦੇ ਤੇ ਤੁਹਾਨੂੰ ਅਸੀਂ ਖਤਮ ਕਰ ਦੇਵਾਂਗੇ, ਖਤਮ। ਆ ਮਾਂ ਉਹਨਾਂ ਨੇ ਹੁਣ ਕਿਹਾ ਹੈ। ਤੇ ਮਾਂ ਨੂੰ ਵੀ ਪਤਾ ਹੈ ਕਿ ਜਿਹੜਾ ਕੱਲ ਦਾ ਦਿਨ ਚੜ੍ਹਨਾ ਹੈ ਸਤ ਸੰਗਤ ਜੀ 13 ਪੋਹ ਦਾ ਦਿਨ ਚੜ੍ਹਨਾ ਹੈ। ਇਹ ਦਿਨ ਲਾਲਾਂ ਦੀ ਸ਼ਹਾਦਤ ਦਾ ਦਿਨ ਹੈ। ਵੇਖੋ ਇਹਨਾਂ ਨੇ ਲਾਲਚ ਦੇਣ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਲਾਲਚ ਦੇ ਵਿੱਚ ਨਹੀਂ ਆਏ। ਇਹਨਾਂ ਨੇ ਧੋਖਾ ਕਰਨ ਦਾ ਯਤਨ ਕੀਤਾ ਹੈ। ਉਹਨਾਂ ਦੇ ਉੱਤੇ ਧੋਖਾ ਵੀ ਨਹੀਂ ਚੱਲ ਸਕਿਆ। ਹੁਣ ਇਹਨਾਂ ਨੇ ਤਸ਼ੱਦਦ ਦੀਆਂ ਹੱਦਾਂ ਟੱਪਣੀਆਂ ਨੇ। ਤਸ਼ੱਦਦ ਤੇ ਵੈਸੇ ਸ਼ੁਰੂ ਤੋਂ ਹੀ ਹੋ ਰਿਹਾ ਹੈ। ਤਸ਼ੱਦਦ ਤੇ ਜਦੋਂ ਤੋਂ ਆਨੰਦਪੁਰ ਛੱਡਿਆ ਉਦੋਂ ਤੋਂ ਹੀ ਹੋ ਰਿਹਾ ਹੈ। ਆ ਠੰਡ ਦੇ ਦਿਨਾਂ ਦੇ ਵਿੱਚ ਉਤੋਂ ਮੀਂਹ ਪੈ ਰਿਹਾ ਹੋਵੇ, ਹਵਾ ਵਗ ਰਹੀ ਹੋਵੇ, ਸਤ ਸੰਗਤ ਜੀ ਤਨ ਦੇ ਉੱਤੇ ਪਾਏ ਹੋਏ ਕੱਪੜੇ ਗਿੱਲੇ ਹੋਣ, ਤੇ ਅੱਗੋਂ ਸੱਸਾ ਦਾ ਪਾਣੀ ਕਿਹੜਾ ਗਰਮ ਸੀ, ਉਹ ਵੀ ਤਾਂ ਠੰਡਾ ਸੀ ਨਾ। ਤੇ ਫਿਰ ਕਿਤੇ ਜਾ ਕੇ ਮਸਰਾਂ ਦੀ ਦਾਲ ਦੇ ਨਾਲ ਕੋਈ ਇੱਕ ਅੱਧਾ ਪ੍ਰਸ਼ਾਦਾ ਛਕਿਆ ਤੇ ਉਦਣ ਦਾ ਹੀ ਛਕਿਆ ਜੇ। ਘੱਟੋ ਘੱਟ 5 ਦਿਨ ਹੋ ਗਏ ਨੇ, 5 ਦਿਨ ਉਦਣ ਦਾ ਹੀ ਕਿਤੇ ਇੱਕ ਅੱਧਾ ਪ੍ਰਸ਼ਾਦਾ ਜਿਹੜਾ ਛਕਿਆ ਉਹ ਹੀ ਛਕਿਆ ਹੈ। ਬਾਅਦ ਚ ਤੇ ਇਤਿਹਾਸ ਦੱਸਦਾ ਛਕਿਆ ਹੀ ਕੁਝ ਨਹੀਂ। ਇਹ ਵੀ ਤਸ਼ੱਦਦ ਹੀ ਆ ਨਾ। ਇਦੋਂ ਵੱਡਾ ਕਿਹੜਾ ਜ਼ੁਲਮ ਆ। ਭੁੱਖ ਦੇ ਅੱਗੇ ਤੇ ਵੱਡੇ ਵੱਡੇ ਡੋਲ ਜਾਂਦੇ ਨੇ। ਇਹ ਤੇ ਬੱਚੇ ਨੇ, ਬੱਚੇ ਸ਼ਬਦ ਤੋਂ ਭਾਵ ਇਹ ਨਹੀਂ ਕਿ ਸਤ ਸੰਗਤ ਜੀ ਸਤਿਕਾਰ ਘੱਟ ਕੀਤਾ ਹੈ, ਦੁਨਿਆਵੀ ਅਰਬਲਾ ਨੂੰ ਸਾਹਮਣੇ ਰੱਖ ਕੇ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਲ ਦੁਨਿਆਵੀ ਅਰਬਲਾ ਦੇ ਵਿੱਚ ਛੋਟੇ ਛੋਟੇ ਹਨ। ਇਹ ਤੇ ਮਾਂ ਦੁਨਿਆਵੀ ਅਰਬਲਾ ਦੇ ਵਿੱਚ ਬਜ਼ੁਰਗ ਸਰੀਰ ਹੈ। ਕਰੀਬ 80 ਕੁ ਵਰਿਆਂ ਦੇ ਲਾਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਤਾ ਦੀ ਜੋ ਅਰਬਲਾ ਸੀ, ਇਤਿਹਾਸ ਦੱਸਦਾ 80-82 ਸਾਲ ਦੇ ਲਾਗੇ। ਇਹਨਾਂ ਕਿੱਦਾਂ ਠੰਡ ਜਰੀ ਹੋਵੇਗੀ। ਗੁਰਮੁਖੋ ਕੇਵਲ ਤੇ ਕੇਵਲ ਬਾਣੀ ਦਾ ਨਿੱਘ ਹੈ, ਇਤਿਹਾਸ ਦਾ ਨਿੱਘ ਹੈ। ਕੇਵਲ ਇੱਕੋ ਹੀ ਦਿਨ ਆਉਂਦਾ ਹੈ ਜਦੋਂ ਸਤ ਸੰਗਤ ਜੀ ਮੋਤੀ ਰਾਮ ਆਉਂਦਾ ਹੈ। ਮੋਤੀ ਰਾਮ ਮਹਿਰਾ ਜਦੋਂ ਆਉਂਦਾ ਹੈ ਤੇ ਆ ਕੇ ਤਰਲਾ ਲੈਂਦਾ, ਕਿਉਂਕਿ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਡਿਊਟੀ ਕਰਦਾ ਸੀ ਲਾਂਗਰੀ ਦੀ, ਤੇ ਇਹ ਹਿੰਦੂ ਕੈਦੀਆਂ ਨੂੰ ਪ੍ਰਸ਼ਾਦਾ ਛਕਾਉਣ ਦਾ ਇਹਦਾ ਜਿਹੜਾ ਕੰਮ ਸੀ।
ਪਰ ਵਜ਼ੀਰੇ ਨੇ ਕਿਹਾ ਸੀ ਕਿ ਤੂੰ ਇਹਨਾਂ ਨੂੰ ਨਹੀਂ ਰੋਟੀ ਦੀ ਬੁਰਕੀ ਦੇਣੀ, ਵੇਖੀ ਕਿਤੇ ਭੁੱਲ ਨਾ ਕਰ ਲਈ। ਤੇ ਜਦੋਂ ਘਰ ਵਾਪਸ ਗਿਆ, ਸ਼ਾਮ ਨੂੰ ਆਪਣੀ ਡਿਊਟੀ ਭੁਗਤਾ ਕੇ ਰਾਤ ਨੂੰ ਆਉਂਦਾ, ਆਪਣੀ ਘਰਵਾਲੀ ਦੇ ਗਹਿਣੇ ਸਿਪਾਹੀਆਂ ਨੂੰ ਦਿੰਦਾ। ਇਤਿਹਾਸ ਦੱਸਦਾ ਹੈ ਜਿਨ੍ਹਾਂ ਦੇ ਅੰਦਰ ਖਿੱਚ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਗਹਿਣੇ ਸਿਪਾਹੀਆਂ ਨੂੰ ਦੇ ਕੇ, ਲਾਲਚ ਦੇ ਕੇ ਕਹਿੰਦਾ ਕਿ ਭਲਿਓ ਵੇਖਿਓ ਕਿਤੇ ਰੌਲਾ ਨਾ ਪਾਇਓ, ਚੁੱਪ ਕੀਤੇ ਰਿਓ ਚੁੱਪ, ਮੈਨੂੰ ਗੋਬਿੰਦ ਦੇ ਲਾਲਾਂ ਨੂੰ ਦੁੱਧ ਪਿਆ ਲੈਣ ਦਿਓ ਦੁੱਧ। ਗੁਰਮੁਖੋ ਇੱਧਰ ਮਾਤਾ ਗੁਜਰ ਕੌਰ ਜੀ ਉਹ ਦੁੱਧ ਦਾ ਗਲਾਸ, ਛੋਟੇ ਸਾਹਿਬਜ਼ਾਦੇ ਦੁੱਧ ਦਾ ਗਲਾਸ ਪੀਂਦੇ ਨੇ ਤੇ ਉਸੇ ਵੇਲੇ ਇਤਿਹਾਸ ਦੱਸਦਾ ਹੈ ਕਿ ਮਾਂ ਨੇ ਮੋਤੀ ਰਾਮ ਦੀ ਬਾਹ ਫੜ ਲਈ ਕਿ ਮੋਤੀ ਰਾਮਾ ਕੱਲ ਨਾ ਆਈ। ਕਿਉਂ ਮਾਂ? ਮੈਂ ਤੇ ਰੋਜ਼ ਆਊਂਗਾ। ਨਹੀਂ ਮੋਤੀ ਰਾਮਾ ਕੱਲ ਨਾ ਆਈ, ਅੱਜ ਜਿੰਨਾ ਤੂੰ ਸਾਨੂੰ ਦੁੱਧ ਪਿਆਇਆ ਨਾ, ਇਦੋਂ ਕਿਤੇ ਜ਼ਿਆਦਾ ਜ਼ਾਲਮਾਂ ਨੇ ਤੇਰਾ ਲਹੂ ਕੱਢ ਲੈਣਾ ਈ, ਕਿਤੇ ਜ਼ਿਆਦਾ। ਗੁਰਮੁਖੋ ਇਤਿਹਾਸ ਦੇ ਵਿੱਚ ਫਿਰ ਆਪਾਂ ਵੇਖਿਆ, ਕਿਸੇ ਦਿਨ ਵਿਚਾਰ ਕਰਾਂਗੇ ਵੀ ਲਗਾਤਾਰ ਉਹ ਸਾਰਾ ਹੀ ਪਰਿਵਾਰ ਕੋਹਲੂ ਚ ਪੀੜ ਦਿੱਤਾ, ਕੋਹਲੂ ਚ ਜ਼ਾਲਮਾਂ ਨੇ, ਕੇਵਲ ਕਿ ਇੱਕ ਦਿਨ ਸੇਵਾ ਕੀਤੀ ਦੁੱਧ ਪਿਆਉਣ ਦੀ। ਇੱਧਰੋਂ ਮਾਂ ਨੇ ਇੱਥੇ ਦੁੱਧ ਪੀਤਾ ਹੈ, ਉੱਧਰੋਂ ਮਾਂ ਦਾ ਪੁੱਤਰ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹ ਸਥਰ ਦੇ ਉੱਤੇ ਪਿਆ ਹੋਇਆ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਹੈ। ਉੱਥੇ ਫਿਰ ਜਾ ਕੇ ਸਤ ਸੰਗਤ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਮਿਲਦੇ ਆ ਨਾ, ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਤੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ, ਇਹਨਾਂ ਨੇ ਉਧਰ ਥੋੜੀ ਝਾਤੀ ਮਾਰ ਲਈਏ, ਉੱਥੇ ਵੀ ਸਤਿਗੁਰਾਂ ਜੀ ਨੇ ਦੁੱਧ ਛਕਿਆ ਜੇ। ਕਿੱਦਾਂ ਛਕਿਆ, ਕਿੰਨੇ ਛਕਾਇਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਜਦੋਂ, ਕਿਉਂਕਿ ਕਿਹਾ ਸੀ ਨਾ ਇਸ ਤਾਰੇ ਦੀ ਸਿਹਤ ਨੂੰ ਆਉਣਾ ਹੈ, ਉੱਥੇ ਫਿਰ ਜਾ ਕੇ ਮਿਲਾਪ ਹੋਇਆ। ਰਸਤੇ ਦਾ ਪੈਂਡਾ ਤਾਂ ਬੜਾ ਲੰਮਾ ਹੈ, ਇਤਿਹਾਸ ਵੀ ਬੜਾ ਲੰਮਾ ਹੈ, ਕੇਵਲ ਉੱਥੋਂ ਦੀ ਵਿਚਾਰ ਕਰੀਏ। ਇਤਿਹਾਸ ਦੱਸਦਾ ਕਿ ਖੂਹ ਦੇ ਉੱਤੋਂ ਇੱਕ ਟਿੰਡ ਲਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਉਹਦਾ ਸਰਾਣਾ ਕੀਤਾ ਹੈ ਤੇ ਉਹ ਗਿੱਲੀ ਜੀ ਜ਼ਮੀਨ ਦੇ ਉੱਤੇ ਖੱਬੇ ਪਾਸੇ ਵਾਲੀ ਵੱਖੀ ਥੱਲੇ ਲਾ ਕੇ ਹੱਥ 'ਚ ਫੜ ਕੇ ਸ੍ਰੀ ਸਾਹਿਬ ਤੇ ਅੱਜ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਇੰਜ ਸੌਂ ਰਹੇ ਨੇ ਕਿ ਜਿਵੇਂ ਸਾਰੇ ਫਿਕਰ ਹੀ ਲੱਥ ਗਏ, ਇੰਜ ਆਰਾਮ ਕਰ ਰਹੇ ਨੇ ਜਿਵੇਂ ਸਾਰੇ ਫਿਕਰ ਹੀ ਰੱਥ ਗਏ। ਉੱਥੇ ਫਿਰ ਬਾਣੀ ਸਤਿਗੁਰਾਂ ਜੀ ਨੇ ਉਚਾਰੀ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੂਰਜ ਦਾ ਚੜ੍ਹਾਅ ਹੋਣਾ ਆਰੰਭ ਹੋ ਜਾਂਦਾ ਹੈ, ਉਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਮਨ ਕਹਿੰਦਾ ਖਿੱਚ ਜੀ ਵੱਜਦੀ ਅੰਦਰ ਕੇ ਮਨਾ, ਆ ਜਿਹੜਾ ਜਾਂਡੇ ਆ ਨਾ ਇਹਦੇ ਵਿੱਚ ਕੋਈ ਆਪਣਾ ਲੱਗਦਾ ਬੈਠਾ ਹੋਇਆ ਹੈ। ਜਦੋਂ ਜਾਂਦੇ ਹਨ ਤੇ ਉਹ ਖੂਹ ਸੀ ਜਿਹੜਾ ਪੰਜਾਬੇ ਤੇ ਗੁਲਾਬੇ ਦਾ, ਉਹਦੇ ਉੱਤੇ ਨੌਕਰ ਖੂਹ ਦੀ ਗਾੜੀ ਤੇ ਬੈਠਾ ਹੋਇਆ ਸੀ। ਜਦੋਂ ਉਹਨੇ ਸਿੰਘਾਂ ਨੂੰ ਵੇਖਿਆ ਤੇ ਉਹਨੇ ਕਿਹਾ ਤੁਹਾਡੇ ਵਰਗਾ ਇੱਕ ਹੋਰ ਇੱਥੇ ਹੈਗਾ ਜੇ, ਕਿੱਥੇ ਹੈ? ਉਹ ਭਾਈ ਜੰਡ ਦੇ ਥੱਲੇ ਆਰਾਮ ਕਰਦਾ ਹੈ। ਤੇ ਸਿੰਘਾਂ ਨੇ ਕਿੱਥੇ ਜਲ ਛਕਣਾ ਸੀ, ਦੌੜਦੇ ਹਨ ਉਧਰ ਨੂੰ। ਤੇ ਜਦੋਂ ਉਧਰ ਨੂੰ ਜਾਂਦੇ ਹਨ ਸੂਰਜ ਦਾ ਚੜ੍ਹਾਅ ਹੋ ਰਿਹਾ ਸੀ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗੂਠੇ ਦੇ ਉੱਤੇ ਇੱਕ ਗੁਲਸਤਰਾਨ ਸੀ, ਅੰਗੂਠੇ ਦੇ ਉੱਤੇ ਛੱਲੇ ਦੀ ਤਰ੍ਹਾਂ। ਇਹ ਚਾਹ ਨੂੰ ਨਹੀਂ ਸੀ ਪਾਇਆ, ਅਸੀਂ ਤੇ ਚਾਹ ਨੂੰ ਛੱਲੇ ਛਾਪਾਂ ਪਾਉਨੇ ਆ ਨਾ, ਚਾਹ ਨੂੰ ਨਹੀਂ ਸੀ ਪਾਇਆ। ਗੁਰਮੁਖੋ ਬੇਨਤੀ ਜੇ ਹੱਥ ਜੋੜ ਕੇ, ਜਿਹੜੇ ਖਾਸ ਕਰਕੇ ਗੁਰੂ ਘਰ ਦੇ ਗ੍ਰੰਥੀ ਆ ਨਾ, ਉਹਨਾਂ ਦੇ ਹੱਥ ਦੇ ਵਿੱਚ ਕੋਈ ਛੱਲਾ ਛਾਪ ਨਹੀਂ ਜੇ ਹੋਣੀ ਚਾਹੀਦੀ। ਗੁਰਮੁਖੋ ਧਿਆਨ ਦਿਓ, ਸਾਫ਼ ਨਹੀਂ ਜੇ ਹੁੰਦੇ ਹੱਥ, ਧੁੱਪਦੇ ਨਹੀਂ ਜੇ ਹੱਥ। ਜਦੋਂ ਤਾਬਿਆ ਬਹਿਣਾ, ਗੁਟਕਾ ਸਾਹਿਬ ਨੂੰ ਫੜਨਾ, ਉਦੋਂ ਖਾਸ ਕਰਕੇ ਇਹਨਾਂ ਨੂੰ ਲਾ ਦਿਆ ਕਰੋ। ਅੰਦਰ ਦਾ ਸ਼ਿੰਗਾਰ ਹੋਣਾ ਚਾਹੀਦਾ ਹੈ, ਬਾਹਰੀ ਸ਼ਿੰਗਾਰਾਂ ਦੀ ਨਹੀਂ ਕੋਈ ਲੋੜ। ਬਾਹਰੋਂ ਤੇ ਬੰਦਾ ਆਪੇ ਹੀ ਸੋਹਣਾ ਹੋ ਜਾਂਦਾ ਹੈ ਜਦੋਂ ਅੰਦਰ ਸੋਹਣਾ ਹੋ ਜਾਵੇ। ਇਹ ਗੁਲਸਤਰਾਨ ਕਲਗੀਧਰ ਪਾਤਸ਼ਾਹ ਜੀ ਦੇ ਅੰਗੂਠੇ ਦੇ ਉੱਤੇ ਸੀ। ਜਦੋਂ ਇਹਦੀ ਚਮਕ ਪਈ ਤੇ ਭਾਈ ਦਇਆ ਸਿੰਘ ਜੀ ਨੇ ਪਛਾਣ ਕੀਤੀ ਕਿ ਇਹ ਗੁਲਸਤਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਕਿਉਂ? ਕਿਉਂਕਿ ਉਹਦੇ ਵਿੱਚ ਹੀਰੇ ਜੜੇ ਹੋਏ ਸਨ ਤੇ ਉਹ ਪਾਇਆ ਸੀ ਜਿਹੜੀ ਸੀ ਤੀਰ ਚਲਾਉਣ ਦੇ ਲਈ, ਤੀਰ ਚਲਾਉਣ ਦੇ ਲਈ ਪਾਇਆ ਹੋਇਆ ਸੀ ਕਿ ਅੰਗੂਠੇ ਦੇ ਨਾਲ ਖਿੱਚ ਕੇ ਜਦੋਂ ਤੀਰ ਚਲਾਉਣਾ ਹੈ ਨਾ, ਤੇ ਉਹਦੇ ਵਿੱਚ ਹੀਰੇ ਸਨ। ਜਦੋਂ ਚਮਕ ਪਈ, ਉਹ ਚਮਕ ਦੀ ਖਿੱਚ ਗੁਰੂ ਦੇ ਪਿਆਰਿਆਂ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਲੈ ਗਈ। ਸਤ ਸੰਗਤ ਜੀ, ਇਤਿਹਾਸ ਦੱਸਦਾ ਹੈ ਭਾਈ ਮਾਨ ਸਿੰਘ ਜੀ ਇਹ ਏਡੇ ਵੱਡੇ ਸਿਰੜੀ ਸਨ ਕਿ ਸਾਰੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਅੱਖਾਂ ਦੇ ਵਿੱਚ ਕਦੀ ਹੰਝੂ ਹੀ ਨਹੀਂ ਆਇਆ।
ਇੰਨੀ ਵੱਡੀ ਕਮਾਈ ਸੀ ਇਹਨਾਂ ਦੀ ਕਿ ਸਾਰੀ ਜ਼ਿੰਦਗੀ ਦੇ ਵਿੱਚ ਇਹਨਾਂ ਦੀਆਂ ਅੱਖਾਂ ਦੇ ਵਿੱਚ ਕਦੀ ਹੰਝੂ ਨਹੀਂ ਆਇਆ। ਪਰ ਅੱਜ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਉਹ ਪਿੰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਲਹੂ ਲੁਹਾਣ ਵੇਖੀਆਂ, ਉਹ ਪੈਰਾਂ ਦੇ ਵਿੱਚ ਜਦੋਂ ਛਾਲੇ ਵੇਖੇ, ਉਹ ਪਾਟੇ ਹੋਏ ਚੋਲੇ ਦੇ ਦਰਸ਼ਨ ਕੀਤੇ, ਤੇ ਭਾਈ ਮਾਨ ਸਿੰਘ ਜੀ ਨੇ ਦੋਵਾਂ ਹੱਥਾਂ ਦੇ ਨਾਲ ਘੁੱਟ ਕੇ ਚਰਨ ਫੜ ਲਏ। ਇਤਿਹਾਸ ਦੱਸਦਾ ਕਿ ਵਿਰਾਗ ਦੇ ਹੰਝੂਆਂ ਦੇ ਨਾਲ ਚਰਨ ਧੋ ਦਿੱਤੇ ਸਨ। ਇਹੋ ਜਿਹੇ ਹਾਲਾਤ ਸਨ। ਇਸ ਤੋਂ ਅੱਗੇ ਸਤ ਸੰਗਤ ਜੀ ਫਿਰ ਗੁਲਾਬਾ ਆਉਂਦਾ ਹੈ, ਆ ਕਰਕੇ ਜਦੋਂ ਦਰਸ਼ਨ ਕਰਦਾ ਹੈ ਉਹ ਵੀ ਵਿਰਾਗ ਦੇ ਵਿੱਚ ਆਉਂਦਾ ਹੈ। ਤੇ ਫਿਰ ਗੁਲਾਬੇ ਦਾ ਭਰਾ ਪੰਜਾਬਾ, ਇਹ ਦੋਵੇਂ ਮਸੰਦ ਸਨ। ਉੱਥੇ ਫਿਰ ਇਤਿਹਾਸ ਦੱਸਦਾ ਹੈ ਕਿ ਦੁੱਧ ਦੇ ਵਿੱਚ ਛੁਹਾਰੇ ਪਾ ਕੇ ਲਿਆਇਆ ਹੈ, ਸਤਿਗੁਰਾਂ ਜੀ ਨੂੰ ਥੋੜੇ ਜਿਹੇ ਛਕਾਏ ਸਨ। ਇਤਿਹਾਸ ਇਹ ਵੀ ਕਹਿੰਦਾ ਕਿ ਉੱਥੇ ਮਲੇ ਦੇ ਬੇਰਾਂ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਹ ਵੀ ਸਤਿਗੁਰਾਂ ਜੀ ਨੇ ਖਾਧੇ ਸਨ। ਉਸ ਤੋਂ ਅੱਗੇ ਫਿਰ ਸਤ ਸੰਗਤ ਜੀ ਇੱਕ ਬਜ਼ੁਰਗ ਮਾਂ ਜਿਹੜੀ ਬੜੇ ਚਿਰ ਤੋਂ ਕਲਗੀਧਰ ਨੂੰ ਉਡੀਕ ਰਹੀ ਹੈ, ਉਹਨੇ ਇੱਕ ਆਪਣੇ ਹੱਥੀਂ ਚੋਲਾ ਤਿਆਰ ਕੀਤਾ ਹੈ, ਗੁਰਦਈ, ਹਰਦਈ ਵੀ ਨਾਂ ਆਉਂਦਾ ਇਤਿਹਾਸ ਦੇ ਵਿੱਚ। ਉਹ ਚੋਲਾ ਤਿਆਰ ਕੀਤਾ ਤੇ ਤਰਲੇ ਲੈਂਦੀ, ਸੱਚੇ ਪਾਤਸ਼ਾਹ ਮੇਰੇ ਅੱਖਾਂ ਦੀ ਨਿਗਾਹ ਤੇ ਚਲੇ ਗਈ ਆ, ਮੈਨੂੰ ਦਿਸਦਾ ਤੇ ਨਹੀਂ ਗਰੀਬਣੀ ਨੂੰ ਕੁਝ, ਪਰ ਕਿਤੇ ਤਰਸ ਕਰ ਗਰੀਬਣੀ ਤੇ ਆ ਚੋਲਾ ਸਵੀਕਾਰ ਕਰ, ਆਪ ਆ ਕੇ ਆਪ। ਉੱਥੋਂ ਫਿਰ ਪੰਜਾਬਾ ਤੇ ਗੁਲਾਬਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਜਾਂਦੇ ਹਨ। ਉੱਥੇ ਫਿਰ ਭਾਈ ਮਾਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ। ਇਤਿਹਾਸ ਦੱਸਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ ਭਾਈ ਮਾਨ ਸਿਆ, ਪੁੱਤ ਤੇ ਪਿਓ ਦੇ ਵਿੱਚ ਕੋਈ ਦੂਰੀ ਨਹੀਂ ਹੁੰਦੀ, ਆ ਕਸ਼ਹਿਰਾ ਉਤਾਰ ਤੇ ਇਸ਼ਨਾਨ ਕਰਾ। ਗੁਰਮੁਖੋ ਜਿਹੜਾ ਕਸ਼ਹਿਰਾ ਉਹ ਲੱਤ ਦੇ ਨਾਲ ਲਹੂ ਲੁਹਾਣ ਹੋ ਕੇ ਜੁੜਿਆ ਹੋਇਆ ਸੀ ਨਾ, ਉਹ ਥੋੜਾ ਥੋੜਾ ਗਰਮ ਪਾਣੀ ਪਾ ਕੇ ਭਾਈ ਮਾਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਤਾਰ ਕੇ ਇਸ਼ਨਾਨ ਕਰਵਾਇਆ ਹੈ। ਉਸ ਤੋਂ ਅੱਗੇ ਫਿਰ ਉਹ ਮਾਂ ਜਿਹੜੀ ਸ਼ਰਧਾ ਦੇ ਨਾਲ ਭਰੀ ਹੋਈ ਸੀ, ਉਹ ਚੋਲਾ ਲੈ ਕੇ ਆਈ ਤੇ ਸਤਿਗੁਰਾਂ ਜੀ ਨੇ ਉਹ ਚੋਲਾ ਸਵੀਕਾਰ ਕੀਤਾ ਹੈ। ਮਿਹਰ ਭਰੀ ਨਿਗਾਹ ਉਹਦੇ ਉੱਤੇ ਪਾਈ ਤੇ ਉਹਦੀ ਨਿਗਾਹ ਵਾਪਸ ਆ ਗਈ, ਉਹ 9/9 ਹੋ ਗਈ, ਉਹਦਾ ਚੋਲਾ ਸਵੀਕਾਰ ਕੀਤਾ ਹੈ। ਇਸ ਤੋਂ ਅੱਗੇ ਕੇਵਲ ਥੋੜੀ ਜੀ ਬੇਨਤੀ ਹੈ ਕਿ ਜੋ ਪੰਜਾਬਾ ਤੇ ਗੁਲਾਬਾ ਸਨ ਨਾ, ਉਹਨਾਂ ਨੇ ਫਿਰ ਥੋੜਾ ਜਿਹਾ ਸੇਵਾ ਤੇ ਕੀਤੀ, ਪਰ ਮਨ ਦੇ ਵਿੱਚ ਸ਼ੰਕਾ ਵੀ ਆਇਆ ਕਿ ਕਿਤੇ ਜੇ ਪਿੱਛੇ ਜ਼ਾਲਮ ਆ ਗਏ ਤੇ ਸਾਡੇ ਪਰਿਵਾਰ ਦਾ ਕੀ ਬਣੇਗਾ, ਸਾਡਾ ਕੀ ਬਣੇਗਾ। ਉਹ ਭੇਟਾ ਲੈ ਕੇ ਗੁਰੂ ਦੇ ਕੋਲ ਆ ਗਏ, ਜਿਹਦੇ ਤੋਂ ਇਹ ਭਾਵ ਸੀ ਕਿ ਸਤਿਗੁਰੂ ਜੀ ਹੁਣ ਤੁਸੀਂ ਇੱਥੋਂ ਚਲੇ ਜਾਓ। ਜਦੋਂ ਉਹਨਾਂ ਨੇ ਭੇਟਾ ਲੈ ਕੇ ਆਏ ਤੇ ਸਤਿਗੁਰੂ ਜੀ ਮੁਸਕਰਾ ਕਰਕੇ ਕਹਿੰਦੇ, ਗੁਰਮੁਖੋ ਸਿਦਕ ਤੇ ਤਾਂ ਹੀ ਨਿਭਦਾ ਜੇ ਵਾਹਿਗੁਰੂ ਕਿਰਪਾ ਕਰੇ, ਉੱਦਾਂ ਨਹੀਂ ਗੱਲ ਬਣਦੀ। ਫਿਰ ਸਤ ਸੰਗਤ ਜੀ ਇੱਥੇ ਗਨੀ ਖਾਂ ਤੇ ਨਬੀ ਖਾਂ ਆਉਂਦੇ ਹਨ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕਰਕੇ ਗਏ, ਸੇਵਾ ਕੀਤੀ, ਸੇਵਾ ਦੇ ਵਿੱਚ ਵਿਚਰੇ। ਫਿਰ ਉੱਚ ਦਾ ਪੀਰ ਬਣਾ ਕਰਕੇ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਅੱਗੇ ਨੂੰ ਤੁਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਇੱਕ ਹੁਕਮਨਾਮਾ ਵੀ ਲਿਖਿਆ ਹੈ ਗਨੀ ਖਾਂ ਤੇ ਨਬੀ ਖਾਂ ਦੇ, ਜੋ ਉਹਨਾਂ ਨੂੰ ਦਿੱਤਾ ਹੈ। ਉੱਤੇ ਲਿਖਿਆ ਸੀ ਕਿ ਭਾਈ ਇਹਨਾਂ ਨੇ ਸਾਡੀ ਸੇਵਾ ਕੀਤੀ, ਜਿਹੜਾ ਇਹਨਾਂ ਦੀ ਸੇਵਾ ਕਰੇਗਾ ਮੈਂ ਉਹਦੇ ਤੇ ਖੁਸ਼ ਹੋਵਾਂਗਾ, ਉਹ ਨਿਹਾਲ ਹੋ ਜਾਵੇਗਾ, ਉਹਦੇ ਦੁੱਖ ਦੂਰ ਹੋ ਜਾਣਗੇ। ਇਹ ਸਾਡੇ ਲਕੀਰ ਪੁੱਤਰ ਨੇ, ਇੱਕ ਜੇ ਬਿੰਦੀ ਔਲਾਦ, ਇੱਕ ਜੇ ਨਾਦੀ ਔਲਾਦ, ਤੇ ਗਨੀ ਖਾਂ ਤੇ ਨਬੀ ਖਾਂ, ਇਹ ਦੋਵੇਂ ਹੀ ਐਸੇ ਸਤਸੰਗਤ ਜੀ ਮੁਸਲਮਾਨ ਸਨ, ਪਰ ਉਹਨਾਂ ਨੂੰ ਲਿਖ ਕੇ ਦਿੱਤਾ ਸਤਿਗੁਰੂ ਜੀ ਨੇ ਕਿ ਇਹ ਸਾਡੇ ਲਕੀਰ ਪੁੱਤਰ ਹਨ। ਲਿਖ ਕੇ ਦੇ ਦਿੱਤਾ ਹੈ ਕਿ ਇਹ ਵੀ ਸਾਡੇ ਪੁੱਤਰ ਹਨ। ਘਰ ਵਾਪਸ ਆਉਂਦੇ ਉਹਨਾਂ ਦੀ ਇੱਕ ਛੋਟੀ ਜੀ ਪੋਤੀ ਹੈ, ਜਦੋਂ ਹੁਕਮਨਾਮੇ ਨੂੰ ਪੜ੍ਹਦੀ ਆ ਨਾ, ਚਾਈ ਚਾਈ ਕਹਿੰਦੀ ਮੈਂ ਪੋਤੀ, ਮੈਂ ਪੋਤੀ, ਮੈਂ ਕੱਲੀ ਹਾਂ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੋਤੀ ਹੈ। ਸਤ ਸੰਗਤ ਜੀ ਖਾਲਸਾ ਪੰਥ ਫਿਰ ਬਾਅਦ ਦੇ ਵਿੱਚ ਉਹਨੂੰ ਪੋਤੀ ਕਹਿ ਕੇ ਪੁਕਾਰਿਆ ਕਰਦਾ ਸੀ, ਪੋਤੀ ਕਹਿ ਕੇ ਪੁਕਾਰਿਆ ਕਰਦਾ ਸੀ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਤੋਂ ਅੱਗੇ ਚੱਲੀਏ, ਕਿਉਂਕਿ ਹੁਕਮਨਾਮਾ ਵੀ ਵਿਚਾਰਨਾ ਹੈ। ਗੁਰਮੁਖ ਪਿਆਰਿਆਂ ਨੇ ਜਲ ਪਾਣੀ ਵੀ ਤਿਆਰ ਕੀਤਾ ਹੈ। ਸੰਗਤ ਦੇ ਚਰਨਾਂ 'ਚ ਬੇਨਤੀ ਸਾਰਿਆਂ ਛਕ ਕੇ ਜਾਣਾ ਹੈ। ਕੇਵਲ ਅੱਖਰੀ ਅੱਖਰਾਂ ਦੇ ਨਾਲ ਸਾਂਝ ਪਾਈਏ। ਕੱਲ ਨੂੰ ਸਤ ਸੰਗਤ ਜੀ ਸ਼ਹੀਦੀ ਦਿਹਾੜਾ ਜੇ, ਸਾਰੀ ਸੰਗਤ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀ ਭਰਿਓ। ਸਹਿਜ ਪਾਠ ਦੇ ਭੋਗ ਵੀ ਪੈਣੇ ਹਨ ਤੇ ਸਾਰੇ ਵੱਧ ਤੋਂ ਵੱਧ ਗੁਰੂ ਘਰ ਆ ਕੇ ਹਾਜ਼ਰੀ ਭਰਿਓ। ਕੱਲ ਨੂੰ ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ। ਸਾਰੇ ਵੱਧ ਤੋਂ ਵੱਧ ਆ ਕੇ ਨਾਮ ਬਾਣੀ ਦੇ ਨਾਲ ਜੁੜੋ, ਲਗਾਤਾਰ ਹੀ ਜੁੜੋ ਭਾਈ। ਘਰਾਂ ਦੇ ਵਿੱਚ ਵੀ ਨਾਮ ਜਪੋ, ਵੱਧ ਤੋਂ ਵੱਧ ਬਾਣੀ ਪੜੋ, ਤਾਂ ਜੋ ਸਾਡਾ ਮਨ ਦਰਵਿਆ ਜਾਵੇ, ਅਸੀਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ, ਨਾਮ ਦੀ ਦਾਤ ਲੈ ਸਕੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਹੈ। ਬਾਣੀ ਦੇ ਉਚਾਰਨ ਕਰਤਾ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਪਹਿਲੇ ਘਰ ਦੇ ਵਿੱਚ ਗਾਉਣ ਦਾ ਯਤਨ ਕਰਿਓ। ਤੇ ਤੁਕੀ ਤਿੰਨ ਤਿੰਨ ਤੁਕਾਂ ਦੇ 8 ਬੰਦ ਹਨ। ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੀ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਹੇ ਸੱਚੇ ਪਾਤਸ਼ਾਹ ਤੂੰ ਤੇ ਸਦਾ ਹੀ ਭਗਤਾਂ ਦੀ ਰੱਖਦਾ ਹੈ, ਤੇ ਨਹੀਂ ਕਿ ਹੋਣੀ ਰੱਖਦਾ ਹੈ, ਧੁਰ ਤੋਂ ਹੀ ਬਾਹ ਫੜਦਾ ਆਇਆ ਹੈ ਭਗਤਾਂ ਦੀ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖਸ਼ ਮਾਰ ਪਚਾਇਆ। ਪ੍ਰਹਿਲਾਦ ਜਨ ਭਗਤਾਂ ਨੂੰ ਤੂੰ ਰੱਖ ਲਿਆ, ਜਿਨ੍ਹਾਂ ਦੀ ਬਿਰਤੀ ਪ੍ਰਹਿਲਾਦ ਵਰਗੀ ਹੈ, ਜਾਂ ਪ੍ਰਹਿਲਾਦ ਭਗਤ ਦੀ ਤੂੰ ਆਪ ਰੱਖਿਆ ਕੀਤੀ ਹੈ। ਤੇ ਹਰਨਾਕਸ਼ ਨੂੰ ਤੇ ਹਰਨਾਕਸ਼ ਵਰਗਿਆਂ ਨੂੰ, ਪਾਪੀਆਂ ਨੂੰ ਤੂੰ ਦੰਡ ਦਿੱਤਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਗੁਰਮੁਖ ਜਿਹੜੇ ਹਨ ਉਹਨਾਂ ਦਾ ਭਰੋਸਾ ਬਣ ਜਾਂਦਾ ਹੈ, ਪਰ ਜਿਹੜੇ ਮਨਮੁਖ ਹਨ ਉਹ ਭਰਮ ਦੇ ਵਿੱਚ ਪਏ ਰਹਿੰਦੇ ਹਨ। ਹਰ ਜੀ ਇਹ ਤੇਰੀ ਵਡਿਆਈ, ਇਹ ਸੱਚੇ ਪਾਤਸ਼ਾਹ ਤੇਰੀ ਸੋਭਾ ਆ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ। ਭਗਤਾਂ ਦੀ ਇੱਜ਼ਤ ਸੱਚੇ ਪਾਤਸ਼ਾਹ ਤੂੰ ਆਪ ਰੱਖਦਾ ਹੈ। ਹੁਣ ਵੀ ਕਿਰਪਾ ਕਰ, ਫੜ ਲਾ ਸਾਡੀ ਬਾਂਹ, ਅਸੀਂ ਤੇਰੀ ਸ਼ਰਨ ਆਏ ਹਾਂ। ਰਹਾਓ ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ। ਭਗਤਾਂ ਨੂੰ ਜਮ ਜੋਹੇ ਨ ਸਾਕੈ, ਕਾਲ ਨਾ ਨੇੜੇ ਜਾਈ। ਭਗਤਾਂ ਦੇ ਕੋਲ ਜਮ ਨਹੀਂ ਆਉਂਦੇ ਸਤ ਸੰਗਤ ਜੀ, ਕਾਲ ਉਹਨਾਂ ਦੇ ਨੇੜੇ ਨਹੀਂ ਢੁਕਦਾ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਇਹ ਨਿਸ਼ਾਨੀ ਹੈ ਭਗਤਾਂ ਦੀ। ਕੇਵਲ ਰਾਮ ਨਾਮ ਉਹਨਾਂ ਦੇ ਹਿਰਦੇ 'ਚ ਵਸਿਆ ਹੈ ਤੇ ਨਾਮ ਤੋਂ ਹੀ ਉਹਨਾਂ ਨੇ ਮੁਕਤੀ ਦੀ ਪ੍ਰਾਪਤੀ ਕੀਤੀ ਹੈ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੇ ਸਹਿਜ ਸੁਭਾਈ। ਅਰਿੱਧੀਆਂ ਤੇ ਸਿੱਧੀਆਂ ਭਾਈ ਇਹ ਤੇ ਭਗਤਾਂ ਦੇ ਚਰਨੀ ਲੱਗੀਆਂ ਰਹਿੰਦੀਆਂ ਨੇ। ਫਿਕਰ ਨਾ ਕਰਿਆ ਕਰੋ ਮੇਰਾ ਕੀ ਬਣੇਗਾ, ਕਿੱਥੋਂ ਪੈਸੇ ਆਉਣਗੇ, ਕਿੱਥੋਂ ਮਾਇਆ ਆਊਗੀ। ਤਕੜੇ ਹੋ ਕੇ ਭਗਤੀ ਕਰਿਆ ਕਰੋ, ਮਾਇਆ ਤੇ ਚਰਨਾਂ 'ਚ ਬਹਿ ਜਾਂਦੀ ਜੇ ਆ ਕੇ। ਮਨ ਮੁਖਾਂ ਨੂੰ ਪ੍ਰਤੀਤ ਨ ਆਵੀ, ਅੰਤਰ ਲੋਭ ਸੁਆਓ। ਪਰ ਜਿਹੜੇ ਮਨਮੁਖ ਆ ਨਾ ਉਹਨਾਂ ਦੀ ਸ਼ਰਧਾ ਭਰੋਸਾ ਨਹੀਂ ਬਣਦਾ, ਕਿਉਂਕਿ ਉਹਨਾਂ ਦੇ ਅੰਦਰ ਲੋਭ ਹੁੰਦਾ ਹੈ ਗੰਗੂ ਵਰਗੇ। ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਤੇ ਉਹ ਲੋਭ ਦੇ ਕਰਕੇ ਨਾ ਉਹ ਗੁਰੂ ਕੋਲ ਆ ਕੇ ਵੀ ਆਪਣੇ ਹਿਰਦੇ 'ਚ ਸ਼ਬਦ ਨਹੀਂ ਵਸਾ ਸਕਦੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਹਿਰਦਾ ਲੋਭ ਦੇ ਨਾਲ ਭਰਿਆ ਹੋਇਆ ਹੈ। ਉਹ ਸੇਵਾ ਕਰਕੇ ਵੀ ਨਾ ਅੰਦਰੋਂ ਪਵਿੱਤਰ ਨਹੀਂ ਹੁੰਦੇ, ਨਿਰਮਲ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਲੋਭ ਹੈ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਓ। ਉਹਨਾਂ ਦਾ ਪਰਦਾ ਜਿਹੜਾ ਉਗੜ ਜਾਂਦਾ ਹੈ, ਉਹ ਪਤਾ ਲੱਗ ਜਾਂਦਾ ਹੈ ਦੁਨੀਆ ਨੂੰ ਕਿ ਭਾਈ ਇਹਨਾਂ ਦੇ ਅੰਦਰ ਕੀ ਹੈ। ਕੂੜ ਝੂਠ ਕਪਟ ਵਿਖਾਵਾ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਓ। ਕਿਉਂਕਿ ਉਹਨਾਂ ਨੂੰ ਕਿਤੇ ਬੁਲਾ ਕੇ ਵੇਖ ਲਿਓ, ਜਦੋਂ ਬੋਲਣਗੇ ਨਾ ਫਿੱਕਾ ਹੀ ਬੋਲਣਗੇ ਜੀ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਭਗਤਾਂ ਦੇ ਵਿੱਚ ਪ੍ਰਮਾਤਮਾ ਤੂੰ ਆਪ ਵਰਤਦਾ ਹੈ। ਕਿੱਦਾਂ ਵਰਤਦਾ ਹੈ? ਕਿਉਂਕਿ ਉਹਨਾਂ ਨੇ ਭਗਤੀ ਕਰਕੇ ਤੈਨੂੰ ਜਾਣਨਾ ਕੀਤਾ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਇਹ ਮਾਇਆ ਇਹ ਪਸਾਰਾ ਇਹ ਸਭ ਕੁਝ ਤੇਰਾ ਹੀ ਹੈ ਸੱਚੇ ਪਾਤਸ਼ਾਹ। ਤੂੰ ਇੱਕ ਹੀ ਆ ਕਰਤਾ ਪੁਰਖ, ਕਰਮਾਂ ਦੇ ਅਨੁਸਾਰ ਫਲ ਦੇਣ ਵਾਲਾ ਤੇ ਨਰਕਾਂ ਤੋਂ ਦੂਰ ਕਰਨ ਵਾਲਾ। ਹੋਮੈ ਮਾਰ ਮਨਸਾ ਮਨੇ ਸਮਾਣੀ, ਗੁਰ ਕੇ ਸ਼ਬਦ ਪਛਾਤਾ। ਆਪਾਂ ਸਾਂਝ ਪਾਉਣੀ ਤੇ ਕਿੱਦਾਂ ਪਾਵਾਂਗੇ? ਹੋਮੇ ਨੂੰ ਖਤਮ ਕਰਕੇ ਤੇ ਗੁਰੂ ਦੇ ਸ਼ਬਦ ਦੇ ਦੁਆਰਾ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਭਲਿਆ ਤੂੰ ਫਿਕਰ ਨਹੀਂ ਕਰਦਾ, ਤੂੰ ਤੇ ਨਾਮ ਹੀ ਜਪੀ ਜਾਣਾ ਹੈ, ਕੰਮ ਤੇਰੇ ਕਿੰਨੇ ਕਰਨੇ ਨੇ। ਸਤਿਗੁਰੂ ਜੀ ਕਹਿੰਦੇ ਆ ਚਿੰਤ ਕੰਮ ਕਰੇ ਪ੍ਰਭ ਤਿਨ ਕੇ। ਪ੍ਰਭੂ ਆਪ ਉਹਨਾਂ ਦੇ ਕਾਰਜ ਸਵਾਰ ਦਿੰਦਾ ਹੈ,
ਆਪ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਕਿਹਨਾਂ ਦੇ? ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਹੈ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਇਹ ਕਿੱਥੋਂ ਮਿਲਦਾ ਭਾਈ? ਕੌਣ ਦਿੰਦਾ ਹੈ? ਕੌਣ ਦਿੰਦਾ ਹੈ? ਤੇ ਸਤਿਗੁਰੂ ਜੀ ਕਹਿੰਦੇ ਗੁਰੂ ਦਿੰਦਾ ਹੈ ਭਾਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆਓ, ਇੱਥੋਂ ਮਿਲਦਾ ਜੇ। ਤੇ ਜਿਨ੍ਹਾਂ ਨੇ ਲੈ ਲਿਆ ਨਾ, ਉਹਨਾਂ ਕੀ ਰੀਸ ਕਰੇ ਸੋ ਵਿਗੁਚੈ। ਜਿਨ ਹਰ ਪ੍ਰਭ ਹੈ ਰਖਵਾਰਾ, ਉਹਨਾਂ ਦੀ ਰੱਖਿਆ ਨਾਮ ਕਰਦਾ ਹੈ। ਤੇ ਜੇ ਕੋਈ ਈਰਖਾ ਵਸ ਹੋ ਕੇ ਉਹਨਾਂ ਦੀ ਰੀਸ ਕਰੇ, ਉਹ ਖੁਆਰ ਹੁੰਦਾ ਹੈ। ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ, ਮਨ ਮੁਖ ਭੌਂਕ ਮੋਏ ਬਿਲ ਲਾਈ। ਸਤਿਗੁਰੂ ਜੀ ਤੂੰ ਸੇਵਾ ਤੋਂ ਬਿਨਾ ਨਹੀਂ ਜੇ ਮਿਲਦਾ। ਜਿਹੜੇ ਮਨਮੁਖ ਹਨ ਐਵੇਂ ਭਾਈ, ਉਹ ਬੋਲ ਬੋਲ ਕੇ ਖੁਆਰ ਹੁੰਦੇ ਹਨ, ਬਿਲ ਲਾਉਂਦੇ ਹਨ, ਝਗੜਿਆਂ 'ਚ ਪੈਂਦੇ ਹਨ, ਕਲੇਸ਼ ਕਰਦੇ ਹਨ। ਨਾਮ ਨਹੀਂ ਉਹਨਾਂ ਦੇ ਪੱਲੇ ਪੈਂਦਾ। ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮੈਂ ਦੁੱਖ ਸਮਾਈ। ਜਨਮ ਮਰਨ ਦਾ ਚੱਕਰ ਉਹਨਾਂ ਨੂੰ ਪਿਆ ਰਹਿੰਦਾ ਹੈ, ਤੇ ਦੁੱਖ ਦੇ ਵਿੱਚੋਂ ਹੀ ਦੁੱਖ ਫਿਰ ਲੱਗਦੇ ਹਨ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ। ਤੇ ਗੁਰਮੁਖਾਂ ਨੇ ਅੰਮ੍ਰਿਤ ਪੀਤਾ ਹੈ, ਨਾਮ ਰੂਪੀ ਅੰਮ੍ਰਿਤ। ਪ੍ਰਤੱਖ ਵੀ ਗੁਰਮੁਖੋ, ਜੇ ਸਾਡੇ 'ਚ ਕੋਈ ਢਿੱਲ ਆ ਤੇ ਅਸੀਂ ਢਿੱਲ ਨੂੰ ਦੂਰ ਕਰ ਲਈਏ ਗੁਰੂ ਦਾ ਆਸਰਾ ਲੈ ਕੇ। ਸੱਚੇ ਪਾਤਸ਼ਾਹ ਇਹਨਾਂ ਦਿਨਾਂ 'ਚ ਤੂੰ ਸਾਨੂੰ ਕੀ ਨਹੀਂ ਦਿੱਤਾ? ਸੱਚੇ ਪਾਤਸ਼ਾਹ ਰੱਖਿਆ ਹੀ ਕੋਲ ਨਹੀਂ ਕੁਝ, ਸਾਗੋ ਸਭ ਕੁਝ ਹੀ ਦੇ ਦਿੱਤਾ ਹੈ। ਤੇ ਅਸੀਂ ਇਤਿਹਾਸ ਨਾਲ ਜੁੜ ਕੇ ਕੀ ਅੰਮ੍ਰਿਤ ਨਹੀਂ ਛਕ ਸਕਦੇ? ਨਸ਼ੇ ਨਹੀਂ ਛੱਡ ਸਕਦੇ? ਕੁਰੀਤੀਆਂ ਨਹੀਂ ਛੱਡ ਸਕਦੇ? ਛੱਡੀਏ ਗੁਰਮੁਖੋ, ਅੰਮ੍ਰਿਤ ਪੀਏ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਜ ਸਮਾਈ। ਉਹ ਤੇ ਭਾਈ ਨਾਮ ਰੂਪੀ ਅੰਮ੍ਰਿਤ ਪ੍ਰਤੱਖ ਸਤਿਗੁਰਾਂ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਸਹਿਜ ਅਵਸਥਾ ਦੇ ਵਿੱਚ ਟਿਕ ਜਾਂਦੇ ਹਨ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੇ, ਜੇ ਅਨੇਕ ਕਰਮ ਕਰੇ ਅਧਿਕਾਈ। ਗੁਰੂ ਦੀ ਸੇਵਾ ਨੂੰ ਛੱਡ ਕੇ ਆਸੇ ਪਾਸੇ ਹੱਥ ਪੈਰ ਮਾਰਨੇ, ਜਨਮ ਮਰਨ ਦੇ ਚੱਕਰ 'ਚ ਪੈਣਾ ਜੇ। ਵੇਦ ਪੜ੍ਹੇ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਨਾਮ ਵੀ ਜਪਿਆ, ਅਭਿਆਸ ਵੀ ਕੀਤਾ ਹੈ, ਸੇਵਾ ਵੀ ਕੀਤੀ, ਤੇ ਪਰ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਕਿਉਂ? ਕਿਉਂਕਿ ਬਿਨ ਹਰ ਪਤ ਗਵਾਈ। ਹਰੀ ਪਰਮਾਤਮਾ ਤੋਂ ਬਿਨਾ ਗੁਰਮੁਖੋ ਇੱਜ਼ਤ ਨਹੀਂ ਜੇ ਬਣਦੀ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਪਦ ਛੂਟੈ ਗੁਰ ਸਰਨਾਈ। ਸੱਚਾ ਸਤਿਗੁਰ ਤੇ ਸੱਚੀ ਉਹਦੀ ਬਾਣੀ, ਤੇ ਭੱਜ ਕੇ ਉਹਦੇ ਕੋਲ ਆ ਜਾਇਆ ਕਰੋ। ਭੱਜ ਕੇ ਭੱਜ ਛੂਟੇ ਗੁਰ ਸਰਨਾਈ। ਢਿੱਲ ਨਾ ਕਰਿਆ ਕਰੋ, ਆਲਸ ਨਾ ਹੋਵੇ, ਦਲਿੱਦਰ ਨਾ ਹੋਵੇ। ਮੌਕਾ ਮਿਲੇ ਗੁਰੂ ਘਰ ਆਉਣ ਦਾ ਤੇ ਭੱਜ ਕੇ ਆਇਆ ਕਰੋ ਜੀ। ਕਿਉਂਕਿ ਇੰਨੇ ਸਾਨੂੰ ਛਡਾਉਣਾ ਹੈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਜਿਨ੍ਹਾਂ ਦੇ ਅੰਦਰ ਨਾਮ ਹੈ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਿਆ, ਉਹ ਸੱਚੇ ਨੇ, ਤੇ ਸੱਚ ਨੂੰ ਕਦੀ ਮਿਟਾਇਆ ਨਹੀਂ ਜਾ ਸਕਦਾ। ਗੁਰਮੁਖੋ ਤਰਕ ਵਾਲੇ ਤੇ ਕਹਿਣਗੇ ਕਿ ਕੀ ਖੱਟਿਆ ਭਾਈ, ਪੁੱਤ ਵੀ ਸ਼ਹੀਦ ਕਰਾ ਲਏ, ਮਹਿਲ ਮਾੜੀਆਂ ਵੀ ਚਲੇ ਗਈਆਂ। ਤਰਕ ਵਾਲੇ ਕਹਿਣਗੇ। ਪਰ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਨਾ, ਉਹ ਕਹਿਣਗੇ ਕਿ ਉਹਨਾਂ ਦਾ ਮਿਟਿਆ ਹੀ ਕੀ ਆ। ਉਹ ਤੇ ਅੱਜ ਵੀ ਨੇ, ਉਹ ਤੇ ਅੱਜ ਵੀ ਸਾਡੀ ਅਗਵਾਈ ਕਰ ਰਹੇ ਨੇ, ਉਹ ਤੇ ਅੱਜ ਵੀ ਸਾਡੇ ਕੋਲ ਨੇ। ਜ਼ਾਲਮਾਂ ਨੇ ਸੋਚਿਆ ਅਸੀਂ ਇਹਨਾਂ ਨੂੰ ਖਤਮ ਕਰ ਦਈਏ, ਪਰ ਸੱਚ ਜੇ ਸੱਚ, ਸੱਚ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਉਹ ਤੇ ਸੱਚੇ ਹਨ। ਗੁਰਮੁਖੋ ਜ਼ਾਲਮਾਂ ਨੂੰ ਤੇ ਪੈਣਗੀਆਂ ਲਾਹਣਤਾਂ, ਉਹਨਾਂ ਦੇ ਤੇ ਮੂੰਹ ਤੇ ਪੈਣਗੀਆਂ ਫਿਟਕਾਰਾਂ, ਪਰ ਜਿਨ੍ਹਾਂ ਨੇ ਸਿਦਕ ਨਿਭਾਇਆ ਨਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਅਸੀਂ ਚਲੇ ਜਾਣਾ ਸੋਭਾ ਕਰਦਿਆਂ ਕਰਦਿਆਂ। ਗੁਰਮੁਖੋ ਕਈ ਚਲੇ ਗਏ, ਕਈਆਂ ਨੇ ਆਉਣਾ ਫਿਰ ਚਲੇ ਜਾਣਾ। ਇਹ ਤੇ ਜਿੰਨਾ ਚਿਰ ਖੰਡ ਬ੍ਰਹਿਮੰਡ ਰਹਿਣੇ ਨੇ, ਉਹਨਾਂ ਦੀ ਤੇ ਸੋਭਾ ਹੁੰਦੀ ਰਹਿਣੀ ਹੈ ਜੀ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਉਹਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਕੇ ਰੱਖਿਆ ਹੈ ਜੀ। ਕਥਾ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ।
ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਔਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਰੋਜ਼ਾਨਾ ਦੇਗ ਦੀ ਸੇਵਾ ਹੁੰਦੀ ਹੈ, ਕੱਲ ਨੂੰ ਦੇਗ ਦੀ ਸੇਵਾ ਸਮੂਹ ਸਾਧ ਸੰਗਤ ਵੱਲੋਂ ਹੋਵੇਗੀ। ਸੋ ਸਹਿਜ ਪਾਠ ਦੇ ਭੋਗ ਵੀ ਪੈਣੇ ਹਨ। ਸੋ ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਕੱਲ ਨੂੰ। ਸਾਰੀਆਂ ਸੰਗਤਾਂ ਵੱਧ ਤੋਂ ਵੱਧ ਗੁਰੂ ਘਰ ਆ ਕੇ ਹਾਜ਼ਰੀ ਭਰਿਓ। ਸੋ ਗੁਰਮੁਖ ਪਿਆਰਿਆਂ ਵੱਲੋਂ ਜਲ ਪਾਣੀ ਤਿਆਰ ਹੈ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਿ ਭਾਈ ਛਕ ਕੇ ਜ਼ਰੂਰ ਜਾਇਓ। ਕੱਲ ਨੂੰ ਵੀ ਜਲ ਪਾਣੀ ਤਿਆਰ ਹੋਣਾ ਸਤ ਸੰਗਤ ਜੀ। ਸੋ ਵੱਧ ਤੋਂ ਵੱਧ ਸੰਗਤਾਂ ਆਇਓ, ਗੁਰੂ ਘਰ ਹਾਜ਼ਰੀ ਭਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ, ਇਤਿਹਾਸ ਦਾ ਧਿਆਨ ਧਰੀਏ, ਪਾਏ ਹੋਏ ਪੂਰਨਿਆਂ ਦਾ ਧਿਆਨ ਧਰੀਏ, ਪੱਕਿਆਂ ਦੇ ਨਾਲ ਜੁੜੀਏ ਤਾਂ ਜੋ ਅਸੀਂ ਵੀ ਪੱਕੇ ਹੋ ਸਕੀਏ। ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।